पंजाब तेरे नाल खड़ा है, तू पंजाब नाल खड़ जी। तो जे पंजाब नाल तू ना खड़ा तो पंजाब ने दोबारा तेरे नाल खड़ना नहीं, तो तैनू किसी ने उत्थे बहन नहीं देना। महीने के डिसीजनों पर जावां, जिथे जिथे जिन्होंने डिसीजनों के भगवंत झाकदा है वो डिसीजन अच्छे ने, और जिन्हों च भगवंत नहीं झाकदा गा मतलब वो तुहानू डिसीजनों तो पता लग जाता है कि राज सभा वालियां च भगवंत की नींह सुनी गई, तो उसका रिजल्ट आप देख ये कोई तरीका नहीं गा। तुसीं आपदी पार्टी के बंदे एडजस्ट करने तो पार्टी वालों बेनीफिट दिओ, पंजाब वालों नहीं। तुसीं किसी होर बंदियां तो मतलब आई कांट अंडरस्टैंड कि रिप्रजेंटेटिव तुहानू पंजाब चों कोई मिले ही नहीं। ये की करनगे? पंजाबी नाल साडा की लगाव है? इन्हां चों किसी नूं भी आउंदी कि मैं पंजाबी बोलणी? लुधियाने च जिन्होंने पहला बुढ़ा दरिया कहते सी, हुण आपां नाला कहण लग गए हैं। जिहड़ा वो जांदा है उहदे च जो उत्थों लुधियाने दी इंडस्ट्रीलिस्ट उहदे च पाउंदे ने, कंट्रीब्यूशन करते हैं कैमीकल पाउण दी, उन्हां विच्चों ही असीं एक चुन के बंदा उत्थे भेजिआ जिहदियां पता नहीं बेशुमार फैक्ट्रियां ने। उहदे विच ओह किहड़ा सिस्टम है कि वो वर्क कर रहा है। जूझदा पंजाब बनाया हुण कित्थे खड़े हो जां अगे की कर रहे हो? एक्टिव आ कि डीएक्टिवेट हो गया? ਅਸੀਂ ਤਾਂ ਕਿਹਾ ਸੀ ਅਸੀਂ ਕਿਸੇ ਕਰਪਸ਼ਨ ਦਾ ਹਿੱਸਾ ਨਹੀਂ ਬਣਾਂਗੇ, ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ, ਮੁੱਦਿਆਂ ਦੇ ਆਧਾਰ ਤੇ ਕਰਾਂਗੇ, ਤੇ ਜੇ ਉਹਨਾਂ ਨੇ ਸਾਡੇ ਮੁੱਦੇ ਨਹੀਂ ਮੰਨੇ ਅਸੀਂ ਸਪੋਰਟ ਨਹੀਂ ਕੀਤੀ। ਇਹ ਤਾਂ ਸਭ ਤੋਂ ਔਖਾ ਕੰਮ ਹੈ। ਤੇ ਲੋਕ ਆ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਵਿਕਦੇ ਫਿਰਦੇ ਨੇ। ਸਾਨੂੰ ਤਾਂ ਇੱਥੇ ਬਹਿ ਬਹਿ ਕੇ 20-20 ਸੀਟਾਂ ਆਫਰ ਕੀਤੀਆਂ ਗਈਆਂ ਨੇ, ਵੱਡੀਆਂ ਜ਼ਿੰਮੇਵਾਰੀਆਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ 2 ਮਿੰਟ ਦੇ ਵਿੱਚ ਕਹਿਤਾ ਮੈਂ ਕਿਹਾ ਨਹੀਂ, ਆਊਟ, ਨਹੀਂ ਚਾਹੀਦਾ ਸਾਨੂੰ ਇਹ ਸਾਰਾ ਕੁਝ। ਤੁਹਾਨੂੰ ਵੀ ਟਿਕਟ ਆਫਰ ਹੋਈ? ਟਿਕਟਾਂ टिकट नहीं, टिकटा सो मैनी टिकटा जिन्नियां मर्जी ले लो, और हर पार्टी ने 9.5 लाख वोट बननी सी रतन, सिर्फ 2.5 लाख वोट बनी उन्होंने यंगस्टर्स की। 7 लाख मुंडे ने वोट नहीं बनाई और बाहर की तैयारी कर रहे हैं या बाहर चले गए। साडे पंजाब के पिंडां दे विच जिंदरे लगी जाते हैं, पिंड खाली हो जाते हैं। जलंधर वाल जाके वेख लो, पिंडां च कां बोलते हैं। कौन रहूगा इत्थे? ये गुरुआं दी साडे बजुर्गां दी धरती, इत्थे कौन आके वसूगा? पंजाब नाल असीं की कर रहे हैं? ये पंजाब वो पंजाब रह जाऊगा? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੁਹਾਡਾ ਸਵਾਗਤ ਕਰਦੇ ਹਾਂ ਟਾਕ ਵਿਦ ਰਤਨ ਦੇ ਵਿੱਚ। ਅੱਜ ਅਸੀਂ ਇੱਕ ਹੋਰ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ। ਜੇ ਅਸੀਂ ਪੰਜਾਬ ਨੂੰ ਦੇਖਦੇ ਹਾਂ, ਪੰਜਾਬ ਦੇ ਉੱਤੇ ਚੰਗਾ ਮਾੜਾ ਸਮਾਂ ਹਰ ਟਾਈਮ ਚੱਲਦਾ ਰਹਿੰਦਾ ਜਾਂ ਆਉਂਦਾ ਰਹਿੰਦਾ ਗਾ। ਹਰ ਵਿਅਕਤੀ ਵੱਖੋ ਵੱਖ ਗੱਲਾਂ ਕਰਦਾ ਗਾ। ਪਰ ਜੇ ਅਸੀਂ ਹੁਣ ਗੱਲ ਕਰਦੇ ਹਾਂ, ਰਾਜਨੀਤਿਕ ਪੱਖ ਤੋਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਆ, ਪਰ ਜਿਹੜਾ ਵਾਅਦੇ ਕੀਤੇ ਗਏ ਆ, ਜਿਹੜਾ ਬੋਝ ਆ ਮੁੱਖ ਮੰਤਰੀ ਦੇ ਮੋਢਿਆਂ ਦੇ ਉੱਤੇ, ਉਹ ਵੀ ਬੜਾ ਵੱਡਾ ਬੋਝ ਆ। ਬੜੀਆਂ ਉਮੀਦਾਂ ਗੀਆਂ ਲੋਕਾਂ ਨੂੰ, ਉਮੀਦਾਂ ਰੱਖਣੀਆਂ ਵੀ ਚਾਹੀਦੀਆਂ ਗੀਆਂ, ਅਤੇ ਅਸੀਂ ਵੀ ਆਸ ਕਰਦੇ ਹਾਂ ਵੀ ਉਮੀਦਾਂ ਦੇ ਉੱਤੇ ਸਰਕਾਰ, ਮੁੱਖ ਮੰਤਰੀ ਖਰੇ ਉਤਰਨਗੇ। ਪਰ ਹੋਰ ਵੀ ਬਹੁਤ ਗਿਣਤੀ, ਬਹੁਤ ਗੱਲਾਂ ਗੀਆਂ ਪੰਜਾਬ ਨੂੰ ਲੈ ਕੇ, ਅਤੇ ਬੜੇ ਲੋਕ ਆ ਜਿਹੜੇ ਪੰਜਾਬ ਨੂੰ ਲੈ ਕੇ ਚਿੰਤਤ ਰਹਿੰਦੇ ਨੇ। ਅੱਜ ਐਸੇ ਹੀ ਇੱਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਜਿਹੜੇ ਹਰ ਇੱਕ ਮੁੱਦੇ ਦੇ ਉੱਤੇ ਬੋਲਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜੂਝਦਾ ਪੰਜਾਬ ਨਾਮ ਦੀ ਇੱਕ ਆਰਗੇਨਾਈਜੇਸ਼ਨ ਵੀ ਉਹਨਾਂ ਵੱਲੋਂ ਬਣਾਈ ਗਈ, ਬਹੁਤ ਗੱਲਾਂ ਉੱਠੀਆਂ, ਟੀਕਾ ਟਿੱਪਣੀ ਵੀ ਹੋਈ। ਪਰ ਜੇ ਅੱਜ ਦੀ ਅਸੀਂ ਗੱਲ ਕਰਦੇ ਹਾਂ, ਵੋਟਾਂ ਵੀ ਪੈ ਗਈਆਂ, ਕਿਸਾਨ ਵਾਪਸ ਵੀ ਘਰਾਂ ਨੂੰ ਮੁੜਿਆ ਏ, ਹੁਣ ਕਿਵੇਂ ਦੇਖਦੇ ਨੇ ਉਹ ਗੱਲਬਾਤ? ਸਾਡੇ ਨਾਲ ਮੌਜੂਦ ਰਹਿਣਗੇ ਬਾਈ ਅਮਿਤੋਜ ਮਾਨ ਸਾਹਿਬ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕਿਵੇਂ ਦੇਖਦੇ ਹੋ? ਹੁਣ ਕਿਵੇਂ ਦੇਖਦੇ ਹੋ? ਆਪਾਂ ਪਹਿਲਾਂ ਮਿਲੇ ਸੀ 3-4 ਮਹੀਨੇ ਪਹਿਲਾਂ, ਅੱਜ ਹੁਣ ਕਿਵੇਂ ਦੇਖ ਰਹੇ ਹੋ? ਲੋਕਾਂ ਨੇ ਇੱਕ ਕਲੀਅਰ ਮੈਂਡੇਟ ਦੇਤਾ ਪਾਰਟੀ ਨੂੰ, ਬੁੱਕ ਭਰ ਕੇ ਵੋਟਾਂ ਪਾਤੀਆਂ, ਮੂੰਹ ਫੁੱਲ ਜਾਂਦਾ ਜਦੋਂ ਕਹਿੰਦੇ 92 ਸੀਟਾਂ। ਤੁਹਾਨੂੰ ਕੀ ਲੱਗਦਾ ਅੱਜ ਕਿੱਥੇ ਖੜੇ? ਕਦੇ ਮਿਲੀਆਂ ਹੀ ਨਹੀਂ 92 ਤੋਂ, ਮਤਲਬ ਇੰਨੀਆਂ ਕਦੇ ਨਹੀਂ ਮਿਲੀਆਂ ਸੀ ਜਿੰਨੀਆਂ ਆਪ ਨੂੰ ਮਿਲੀਆਂ ਨੇ। ਮੈਨੂੰ ਲੱਗਦਾ ਪਿਛਲੀਆਂ ਮੈਕਸਿਮਮ 87 ਸੀ। 97 ਦੇ ਵਿੱਚ 93 ਨੇ, ਉਹ ਵੀ 2 ਪਾਰਟੀਆਂ ਸੀ, ਅਕਾਲੀ ਤੇ ਬੀਜੇਪੀ। ਉਹ 2 ਪਾਰਟੀਆਂ ਸੀ, ਇੱਕ ਸਿੰਗਲ ਪਾਰਟੀ ਨੂੰ ਮੈਨੂੰ ਲੱਗਦਾ 87 ਸੀਗੀਆਂ ਸ਼ਾਇਦ ਜੀ। ਇਸ ਤੋਂ ਵੱਡਾ ਲੋਕ ਕੀ ਕਰਨ? ਹੋਰ ਲੋਕ ਤਾਂ ਆਹੀ ਕਰ ਸਕਦੇ ਨੇ, ਵੋਟ ਹੀ ਪਾ ਸਕਦੇ ਨੇ, ਉਹ ਪਾਤੀ। ਹਾਂਜੀ, ਹੁਣ ਅਗਲਾ ਕੰਮ ਤਾਂ ਇਹਨਾਂ ਦੇ ਕਰਨ ਤੇ ਹੈ ਔਰ ਆਪਣੇ ਵੇਖਣ ਤੇ ਕਿ ਕੀ ਕਰਦੇ ਨੇ। ਪਰ ਹਾਂ, ਨਾਲ ਨਾਲ ਦੱਸਣਾ ਜ਼ਰੂਰ ਪਊਗਾ ਕਿ ਭਾਈ ਆਹ ਗਲਤ ਹੋ ਰਿਹਾ, ਆਹ ਗਲਤ ਸੀ, ਇਹਦੇ ਵੱਲ ਨਜ਼ਰ ਲਿਆਓ, ਇਹਦੇ ਵੱਲ ਲਿਆਓ। ਗਰੇਸ ਦਾ ਪੀਰੀਅਡ ਇੱਕ ਦਿੰਨੇ ਆਪਾਂ, ਹਜੇ 20-25 ਦਿਨ ਹੀ ਹੋਏ ਨੇ ਜੀ। ਦੇਖਦੇ ਹਾਂ ਫਿਰ ਕੀ ਕਰਦੇ ਆ। ਹਜੇ ਸ਼ੁਰੂਆਤ ਕਹਿੰਦੇ ਹੁੰਦੇ ਆ, ਕੁਝ ਚੀਜ਼ਾਂ ਗਲਤ ਹੋਈਆਂ ਨੇ, ਜਿਵੇਂ ਰਾਜ ਸਭਾ ਦਾ ਵੈਰੀ ਰੌਂਗ, ਬਹੁਤ ਹੀ ਗਲਤ ਸੀ, ਉਹ ਡਿਸੀਜ਼ਨ ਹੀ ਗਲਤ ਹੈ, ਬਹੁਤ ਕੁਝ ਗਲਤ ਹੈ। ਉਹ 'ਤੇ ਅਫਸੋਸ ਵੀ ਹੈ, ਦੁੱਖ ਵੀ ਹੈ, ਔਰ ਉਹ ਜਤਾਇਆ ਵੀ ਹੈ ਅਸੀਂ ਪਬਲਿਕਲੀ। ਔਰ ਮੈਨੂੰ ਲੱਗਦਾ ਸਿਰਫ ਅਸੀਂ ਨਹੀਂ, ਤੁਸੀਂ ਸਾਰਿਆਂ ਨੇ, ਪੂਰੇ ਪੰਜਾਬ ਨੇ ਵੀ ਜਤਾਇਆ ਹੈ।
ਇਹ ਕੋਈ ਤਰੀਕਾ ਨਹੀਂਗਾ ਜੀ। ਤੁਸੀਂ ਆਪਦੀ ਪਾਰਟੀ ਦੇ ਬੰਦੇ ਐਡਜਸਟ ਕਰਨੇ ਤਾਂ ਪਾਰਟੀ ਵੱਲੋਂ ਬੈਨੀਫਿਟ ਦਿਓ, ਪੰਜਾਬ ਵੱਲੋਂ ਨਹੀਂ। ਤੁਸੀਂ ਕਿਸੇ ਹੋਰ ਬੰਦਿਆਂ ਤੋਂ ਮਤਲਬ ਆਈ ਕਾਂਟ ਅੰਡਰਸਟੈਂਡ ਕਿ ਰਿਪਰੈਜ਼ੈਂਟੇਟਿਵ ਤੁਹਾਨੂੰ ਪੰਜਾਬ 'ਚੋਂ ਕੋਈ ਮਿਲਿਆ ਹੀ ਨਹੀਂ। ਰਿਪਰੈਜ਼ੈਂਟੇਟਿਵ ਦੀ ਕੀ ਗੱਲ ਹੁੰਦੀ? ਕੀ ਇਹ ਪੰਜਾਬ ਦੇ ਵਿੱਚ ਉਹਦੀ ਵੋਟ ਆ ਉਹ ਰਿਪਰੈਜ਼ੈਂਟੇਟਿਵ ਹੋ ਗਿਆ? ਨਹੀਂ ਯਾਰ, ਪਲੀਜ਼ ਇਹ ਨਹੀਂ ਹੁੰਦਾਗਾ ਜੀ। ਕਿਸੇ ਨੇ ਕਿਸੇ ਖੇਤਰ 'ਚ ਕੰਮ ਕੀਤਾ ਹੋਵੇ, ਰਾਜ ਸਭਾ, ਰਾਜਿਆਂ ਦੀ ਸਭਾ ਹੈ ਉਹ, ਜਿਹਦੇ 'ਚ ਰਾਜ ਦੇ ਮਸਲੇ ਜਾ ਕੇ ਡਿਸਕਸ ਕੀਤੇ ਜਾਣਗੇ ਤੇ ਉਹਨਾਂ ਮਸਲਿਆਂ ਤੋਂ ਉਹ ਬੰਦੇ ਵਾਬਸਤਾ ਤਾਂ ਹੋਣੇ ਚਾਹੀਦੇ ਨੇ ਜੀ। ਉਹਨਾਂ ਦਾ ਕੋਈ ਟਰੈਕ ਰਿਕਾਰਡ ਤਾਂ ਹੋਵੇ ਇਸ ਤਰ੍ਹਾਂ ਦਾ। ਤੇ ਜੇ ਟਰੈਕ ਰਿਕਾਰਡ ਹੀ ਨਹੀਂ ਉਸ ਤਰ੍ਹਾਂ ਦਾ ਜੀ, ਜਿਨ੍ਹਾਂ ਨੇ ਕੁਝ ਗੱਲਾਂ ਕੀਤੀਆਂ ਹੋਣ ਪਹਿਲਾਂ, ਤਾਂ ਫਿਰ ਉਹ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਕੁਝ ਕਰਨਗੇ? ਹਨਾ? ਸੋ ਹਾਲ ਤੱਕ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਇਹ ਕਿਸੇ ਦੀ ਨੌਲੇਜ 'ਚ ਨਹੀਂਗਾ, ਮੇਰੀ ਵੀ ਨੌਲੇਜ 'ਚ ਨਹੀਂ, ਤੁਹਾਡੀ ਵੀ ਨੌਲੇਜ 'ਚ ਨਹੀਂਗਾ। ਸੋ ਚਲੋ ਜੋ ਹੋਣਾ ਸੀ ਹੋ ਗਿਆ, ਹੁਣ ਉਹ ਕੀ ਕਹਿ ਸਕਦੇ ਹਾਂ, ਉਹੀ ਕਰ ਲੈਣ ਅੱਗੇ ਜਾ ਕੇ ਕੁਛ। ਬਾਕੀ ਜਿਵੇਂ ਕਰਪਸ਼ਨ ਥੋੜੀ ਜੀ ਲੋਕ ਸ਼ਾਇਦ ਡਰੇ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਹ ਉਹਦੇ ਤੇ ਐਕਸ਼ਨ ਕਰਨਗੇ, ਉਹ 'ਚ ਕਮੀ ਆਈ ਹੈ, ਇਹਨੂੰ ਹੋਰ ਵਧਾਉਣਾ ਚਾਹੀਦਾ। ਚੰਗੇ ਕੰਮਾਂ ਨੂੰ ਵਧਾਓ, ਮਾੜਿਆਂ ਨੂੰ ਨਾ ਕਰੋ। ਕਰੋਗੇ ਤਾਂ ਭਾਈ ਜਿੱਥੇ ਪਹਿਲੇ ਗਏ ਤੁਸੀਂ ਜਾਓਗੇ, ਤੇ ਜੇ ਚੰਗਾ ਕਰ ਲੂੰਗੇ ਤਾਂ ਤੁਸੀਂ ਬੈਠੋਗੇ ਇੱਥੇ, ਕਿਉਂਕਿ ਇਹ ਜਿਹੜੀ ਕੁਰਸੀਆਂ ਨੇ ਇੱਥੇ ਪਹਿਲਾਂ ਕੋਈ ਹੋਰ ਬੈਠਾ ਸੀ, ਬਾਅਦ 'ਚ ਵੀ ਕਿਸੇ ਹੋਰ ਨੇ ਬੈਠਣਾ। ਪੱਕੇ ਤਾਂ ਹੈ ਨਹੀਂ ਕੋਈ ਵੀ ਇੱਥੇ। ਪੱਕੇ ਤਾਂ ਹੀ ਹੋਣਗੇ, ਮਤਲਬ ਹੋਰ ਟਰਮਸ ਤਾਂ ਹੀ ਜਿੱਤ ਸਕਦੇ ਹੋ ਜੇ ਅੱਛੇ ਕੰਮ ਕਰੋਗੇ। ਤਾਂ ਬੁਰੇ ਕੰਮਾਂ ਕਰਕੇ ਮੈਂ ਇੱਕ ਗੱਲ ਜ਼ਰੂਰ ਰਤਨ ਦੇਖਦਾ, ਤੁਸੀਂ ਵੀ ਕਵਰ ਕੀਤਾ ਸਾਰਾ ਇਲੈਕਸ਼ਨ, ਇਹਨਾਂ ਨੂੰ ਜਿਤਾਉਣ ਤੋਂ ਜ਼ਿਆਦਾ ਲੋਕਾਂ ਨੇ ਉਸ ਬੁਰਛਾਗਰਦੀ ਨੂੰ ਹਰਾਇਆ ਹੈ ਜੋ ਪਿਛਲੇ 25-30 ਸਾਲਾਂ 'ਚ ਇੱਕ ਡਿਵੈਲਪ ਹੋ ਗਈ ਸੀਗੀ। ਉਹ ਬੁਰਛਾਗਰਦੀ ਅਕ੍ਰੋਸ ਦੀ ਪਾਰਟੀ ਸੀ, ਇੱਕ ਸਿਸਟਮ ਬਣ ਗਿਆ ਸੀ। ਬਹਿ ਕੇ ਐ ਬੋਲੀਆਂ ਲਾਈਆਂ ਜਾਂਦੀਆਂ ਸੀ, ਤੂੰ ਤਹਿਸੀਲਦਾਰ ਲੱਗਣਾ ਜ਼ੀਰਕਪੁਰ, ਤੂੰ ਮੋਹਾਲੀ, ਤੂੰ ਲੁਧਿਆਣੇ, ਇੰਨੇ ਪੈਸੇ ਦੇਂਗਾ, ਆਹ ਗੱਲਾਂ ਹੁੰਦੀਆਂ ਸੀ। ਤੂੰ ਫਲਾਣੇ ਥਾਂ ਐਸਪੀ ਲੱਗਣਾ, ਤੂੰ ਫਲਾਣੇ ਥਾਂ ਡੀਸੀ ਲੱਗਣਾ, ਤੂੰ ਫਲਾਣੇ ਥਾਂ ਤੁਸੀਂ ਕੀ ਐਸਡੀਐਮ ਲੱਗਣਾ। ਆਈ ਮੀਨ ਟੂ ਸੇ ਕਿ ਯਾਰ ਇਹ ਤਾਂ ਇੱਕ ਹੱਦ ਸੀ ਨਾ ਇਹ ਚੀਜ਼ ਨੂੰ, ਔਰ ਉਹਨਾਂ ਦਾ ਅਸਰ ਫਿਰ ਲੋਕਾਂ ਤੇ ਜਾਂਦਾ ਸੀ ਜੀ, ਕਿਉਂਕਿ ਉਹਨਾਂ ਨੇ ਵੀ ਤਾਂ ਉਗਰਾਹੀ ਕਰਨੀ ਸੀ ਫਿਰ ਅੱਗੇ। ਮੈਨੂੰ ਦੱਸੋ, ਆਂਦੇ ਆਪਾਂ ਨੇ ਚਿੱਟਾ ਵਿਕੀ ਜਾਂਦਾ ਹੈ, ਇਹ ਚਿੱਟਾ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਵਿਕੀ ਜਾਂਦਾ ਹੈ। ਜੇ ਸਾਰੇ ਪਿੰਡ ਨੂੰ ਪਤਾ ਹੈ, ਤੁਹਾਨੂੰ ਮੈਨੂੰ ਪਤਾ ਹੈ, ਤਾਂ ਕੀ ਉਸ ਇਲਾਕੇ ਦੇ ਥਾਣੇਦਾਰ ਨੂੰ ਨਹੀਂ ਪਤਾ? ਇਹ ਜ਼ਿੰਮੇਵਾਰੀ ਤੈਅ ਨਹੀਂ ਹੋਣੀ ਚਾਹੀਦੀ ਕਿ ਜੇ ਤੇਰੇ ਇਲਾਕੇ 'ਚ ਵਿਕਿਆ ਤਾਂ ਤੈਨੂੰ ਸਸਪੈਂਡ ਕੀਤਾ ਜਾਊਗਾ, ਔਰ ਦੂਜੀ ਵਾਰ ਵਿਕਿਆ ਫਿਰ ਤੈਨੂੰ ਪੋਸਟਿੰਗ ਦਿੱਤੀ, ਫਿਰ ਹੋਇਆ ਤਾਂ ਤੈਨੂੰ ਡਿਸਮਿਸ ਹੀ ਕੀਤਾ ਜਾਊਗਾ। ਕੀ ਐਸਐਸਪੀ ਨੂੰ ਆਪਦੇ ਉਸ ਥਾਣੇਦਾਰ ਤੋਂ ਪੁੱਛਣਾ ਨਹੀਂ ਚਾਹੀਦਾ? ਔਰ ਜੇ ਐਸਐਸਪੀ ਨਹੀਂ ਪੁੱਛਦਾ ਤਾਂ ਉਹਦੀ ਹਾਇਰ ਅਥਾਰਟੀ ਨੂੰ ਉਹਨੂੰ ਨਹੀਂ ਪੁੱਛਣਾ ਚਾਹੀਦਾ? ਉਹਦੀ ਜ਼ਿੰਮੇਵਾਰੀ ਤਾਂ ਇਹ ਨਹੀਂ ਹੋਣੀ ਚਾਹੀਦੀ? ਇਹਦੇ ਵਿੱਚ ਇੱਕ ਕਾਊਂਟਰ ਇੰਟੈਲੀਜੈਂਸ ਹੁੰਦੀ ਹੈ ਜਿਹੜੀ ਇਹਦੇ 'ਚ ਹੀ ਹੁੰਦੀ ਹੈ, ਪੁਲਿਸ 'ਚ ਹੀ, ਉਹਨੂੰ ਸਰਗਰਮ ਕਰਨਾ ਚਾਹੀਦਾ। ਮੈਨੂੰ ਲੱਗਦਾ ਸ਼ਾਇਦ ਆਪਣੇ ਇੱਕ IPS ਲੇਡੀ ਹੈ, ਬੜੀ ਸ਼ਰੀਫ ਮਾਂ, ਉਹਨਾਂ ਬਾਰੇ ਸੁਣਿਆ, ਇਮਾਨਦਾਰ ਵੀ ਨੇ, ਦਿਓ, ਸ਼ਾਇਦ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਇਹਦਾ ADGP। ਆਈ ਹੋਪ ਇਹ ਜਾਗਰਤ ਹੋਊਗੀ। ਵਿਜੀਲੈਂਸ ਨੂੰ, ਵਿਜੀਲੈਂਸ ਰੋਕਣ ਲਈ ਸੀ, ਵਿਜੀਲੈਂਸ ਆਪ ਹੀ ਪਤਾ ਨਹੀਂ ਕੀ ਕੁਛ ਕਰੀ ਜਾਂਦੀ ਸੀ। ਤਾਂ ਥੈਂਕ ਗॉड ਅਸੀਂ ਲਿਖਿਆ ਵੀ ਸੀ ਕਿ ਵਿਜੀਲੈਂਸ ਦੀ ਜਿਹੜੀ ਰਿਪੋਰਟ ਹੁੰਦੀ ਹੈ ਇਹਨੂੰ ਵਿਧਾਨ ਸਭਾ 'ਚ ਪੇਸ਼ ਕਰੋ, ਜਿਹਦੇ ਨਾਲ ਉਹ ਪਾਰਦਰਸ਼ੀ ਹੋਵੇ, ਕਿਉਂਕਿ ਉਹਨੇ ਤਾਂ ਸਾਰਿਆਂ ਦੀ ਕਰਪਸ਼ਨ ਨੂੰ ਰੋਕਣਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਮੰਗਾਂ ਵੀ ਨੇ, ਇਹਨਾਂ ਨੇ ਸ਼ੁਰੂ ਵੀ ਕੀਤਾ ਉਧਰ ਨੂੰ ਤੁਰਨਾ ਜੀ, ਪਰ ਕੁਝ 'ਚ ਖਰਾਬ ਵੀ ਨੇ ਹੋਈਆਂ, ਕੁਝ ਬਿਹਤਰ ਵੀ ਹੋਈਆਂ ਨੇ। ਸੋ ਲੈਟਸ ਸੀ, ਆਪਾਂ ਅਜੇ ਗ੍ਰੇਸ ਦਾ ਪੀਰੀਅਡ ਦਿੰਨੇ ਅੱਗੇ। ਅਮਿਤੋ ਜੀ, ਇੱਕ ਹੋਰ ਗੱਲ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਕੁਝ ਕੁ ਖਰਾਬ ਵੀ ਹੋ ਗਈਆਂ, ਤੁਹਾਨੂੰ ਕੀ ਲੱਗਦਾ ਹੈਗਾ ਜਦੋਂ ਇੱਕ ਕੁਰਸੀ ਮਿਲ ਜਾਂਦੀ ਆ ਫਿਰ ਉਸ ਤੋਂ ਵੱਡੀ ਚੀਜ਼ ਦੀ ਝਾਕ ਰੱਖੀ ਜਾਂਦੀ ਹੈ ਵੀ ਹੁਣ ਉਹ ਤਾਂ ਵਾਲੀ ਗੱਦੀ ਵੀ ਸਾਨੂੰ ਮਿਲੇ, ਤਾਂ ਬੰਦਿਆਂ ਨੂੰ ਜਿਵੇਂ ਇੱਕ ਸਟੇਟ ਤੋਂ ਦੂਜੀ ਸਟੇਟ ਲਿਜਾਇਆ ਜਾ ਰਿਹਾ ਹੈਗਾ, ਭਗਵੰਤ ਸਿੰਘ ਮਾਨ ਜਾ ਰਹੇ ਨੇ ਉੱਥੇ ਜਾਂ ਲਿਜਾਇਆ ਜਾ ਰਿਹਾ ਹੈਗਾ, ਇਹ ਵੀ ਆਉਣ ਵਾਲੇ ਦਿਨਾਂ 'ਚ ਪਤਾ ਹੈਗਾ। ਵੈਸੇ ਬਹੁਤ ਗੱਲਾਂ ਸਾਹਮਣੇ ਨੇ, ਤੁਹਾਨੂੰ ਕੀ ਲੱਗਦਾ ਹੈਗਾ? ਇਦਾਂ ਨਹੀਂ ਲੱਗਦਾ ਵੀ ਵਰਲਡ ਕੱਪ ਜਿੱਤ ਲਿਆ ਤੇ ਵਰਲਡ ਕੱਪ ਹੁਣ ਜਿਵੇਂ ਉਹ ਇੱਕ ਰੈਲੀ ਨਿਕਲਦੀ ਹੁੰਦੀ ਆ ਉਹ ਦਿਖਾਈ ਜਾਂਦੇ ਆ? ਆਈ ਥਿੰਕ ਇਹ ਬਸ ਕਰਨਾ ਚਾਹੀਦਾ ਇਸ ਕੰਮ ਤੇ, ਪਰ ਉਹਨੂੰ ਮੈਨੂੰ ਲੱਗਦਾ ਉਹ ਹਿਮਾਚਲ 'ਚ ਜਾ ਕੇ ਆਪਦਾ ਉਹ ਕਰ ਰਹੇ ਨੇ, ਉੱਥੇ ਇਲੈਕਸ਼ਨ ਆਉਣ ਵਾਲੇ ਨੇ, ਗੁਜਰਾਤ 'ਚ ਇਲੈਕਸ਼ਨ ਆਉਣ ਵਾਲੇ ਨੇ। ਪੰਜਾਬ ਦੇ ਵਿੱਚ ਜਿਹੜੀ ਹੋਈ ਸੀਗੀ ਕਿ ਜਿੱਤਣ ਵਾਲਾ ਮਾਰਚ, ਉਹ ਮੈਨੂੰ ਆਰਡਰ ਲੱਗਿਆ ਸੀ ਕਿ ਜਿੱਤ ਗਏ, ਹੁਣ ਕੰਮ ਕਰੋ ਯਾਰ, ਮਾਰਚ ਬਹੁਤ ਹੋ ਗਏ, ਕੰਮ ਕਰੋ, ਕੰਮ ਕਰਨ ਦਾ ਟਾਈਮ ਹੈ। ਕੰਮ ਪਹਿਲਾਂ ਹੋਏ ਨਹੀਂਗੇ, ਬਹੁਤ ਕੰਮ ਨਹੀਂ ਹੋਏ, ਇਸੇ ਲਈ ਪਹਿਲੇ ਗਏ ਨੇ। ਜਿਹੜੀ ਤੁਸੀਂ ਪਹਿਲਾਂ ਗੱਲ ਕੀ ਨਾ ਆਪੋਜੀਸ਼ਨ ਵਾਲੀ, ਸਾਡੇ ਪ੍ਰਾਈਮ ਮਿਨਿਸਟਰ ਨੇ ਇੱਕ ਟਾਈਮ ਤੇ ਮਤਲਬ ਸਾਡੇ ਜਦੋਂ ਬੰਦੇ ਆਪੋਜੀਸ਼ਨ 'ਚ ਹੁੰਦੇ ਨੇ ਨਾ ਤਾਂ ਮਤਲਬ ਫੱਟੇ ਚੱਕ ਦਿੰਦੇ ਨੇ। ਕੱਲ ਵੀ ਅਸੀਂ ਉੱਥੇ ਸੀਗੇ ਬਾਈਬਲ ਕਲਾਂ ਬਰਗਾੜੀ ਵਾਲਾ ਜੋ ਮਸਲਾ ਚੱਲ ਰਿਹਾ ਪੂਰਾ,
ਤਾਂ ਆ ਮੌਜੂਦਾ ਸਰਕਾਰ ਦੇ ਜਿਹੜੇ ਸਪੀਕਰ ਨੇ MLAs ਨੇ ਸਾਰੇ ਉੱਥੇ ਗਏ ਨੇ, ਈਵਨ ਭਗਵੰਤ ਮਾਨ ਹੋਰੀ ਵੀ ਉੱਥੇ ਜਾ ਚੁੱਕੇ ਨੇ। ਉਹ ਆਂਦੇ ਵੀ ਜੋ ਜੋ ਉਹਨਾਂ ਨੇ ਉਦੋਂ ਕਿਹਾ ਸੀ ਉਹੀ ਕਰਦੇ ਨੇ, ਬਹੁਤ ਹੈ ਜੀ। ਪ੍ਰੋਬਲਮ ਸਾਡੀ ਇਹ ਹੈ ਕਿ ਆਪੋਜੀਸ਼ਨ ਵੇਲੇ ਆਪਾਂ ਕੁਝ ਵੀ ਕਹਿੰਨੇ ਆ ਤੇ ਸਰਕਾਰ ਚ ਆ ਕੇ ਕੁਝ ਵੀ ਨਹੀਂ ਕਰਦੇ। ਹਾਂ, ਦੈਟਸ ਦੀ ਪ੍ਰੋਬਲਮ। ਇਹਦਾ ਕਿਤੇ ਥੋੜੀ ਜਿਹੀ ਨੇੜਤਾ ਆ ਜੇ ਨਾ ਕਿ ਜੋ ਤੁਸੀਂ ਕਹਿੰਦੇ ਹੁੰਦੇ ਹੋ ਸੋਚ ਕੇ ਕਹੋ, ਔਰ ਫਿਰ ਜਦੋਂ ਕਰਨ ਦਾ ਮੌਕਾ ਆਉਂਦਾ, ਰੱਬ ਤੁਹਾਨੂੰ ਦਿੰਦਾ ਹੈ ਮੌਕਾ, ਤਾਂ ਉਦੋਂ ਉਹਨੂੰ ਕਰ ਸਕੋ। ਇਹ ਨਾ ਹੋਵੇ ਕਿ ਲੋਕ ਤੁਹਾਨੂੰ ਕਹਿਣ, ਜਿਵੇਂ ਉਸ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀ ਕਿ ਜੇ ਆਪੋਜੀਸ਼ਨ 'ਚ ਹੁੰਦਾ ਨਾ ਤਾਂ ਇੱਟ ਨਾਲ ਇੱਟ ਖੜਕਾ ਦਿੰਦਾ ਦੂਜਿਆਂ ਦੀ, ਜਦੋਂ ਪ੍ਰਾਈਮ ਮਿਨਿਸਟਰ ਆ ਫਿਰ ਨਹੀਂ ਕੁਝ ਕਰ ਪਾ ਰਹੇ ਆਪੋਜੀਸ਼ਨ ਵਾਲੇ, ਕਿਉਂਕਿ ਤੁਸੀਂ ਬੜਾ ਕੁਝ ਕਹਿ ਦਿੰਦੇ, ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰ। ਕਦੇ ਕਦੇ ਤਾਂ ਕੁਝ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ, ਪੰਜਾਬ ਦੇ ਇਲੈਕਸ਼ਨਾਂ ਦੇ ਦੌਰਾਨ ਕਹੀਆਂ ਗਈਆਂ ਸੀ, ਆਹ ਫੈਸਿਲਿਟੀ ਦੇਵਾਂਗੇ, ਆਹ ਦੇਵਾਂਗੇ। ਹੁਣ ਖੈਰ ਉਹ ਸਰਕਾਰ 'ਚ ਨਹੀਂ ਆਏ। ਜੇ ਉਹਨਾਂ ਦੀਆਂ ਉਹ ਗੱਲਾਂ ਮੰਨ ਲਈਆਂ ਜਾਂਦੀਆਂ ਤਾਂ ਮੈਨੂੰ ਲੱਗਦਾ ਕੇਂਦਰ ਸਰਕਾਰ ਦਾ ਵੀ ਖਜ਼ਾਨਾ ਖਾਲੀ ਹੋ ਜਾਂਦਾ। ਇੰਨਾ ਕੁਝ ਗਨਾ ਗਏ ਸੀ ਉਹ, ਆ ਵੀ ਦੇਵਾਂਗੇ, ਆ ਵੀ ਦੇਵਾਂਗੇ, ਕੱਲੀਆਂ ਔਰਤਾਂ ਲਈ ਪਤਾ ਨਹੀਂ ਕੀ ਕੁਝ ਗਨਾ ਗਏ ਸੀ। ਥੋੜਾ ਜਿਹਾ ਬੋਲਣ ਲੱਗੇ ਸੋਚੋ ਕਿ ਅਸੀਂ ਜੋ ਵਾਅਦੇ ਕਰ ਰਹੇ ਹਾਂ ਲੋਕਾਂ ਨਾਲ, ਲੋਕ ਤੁਹਾਡੀਆਂ ਗੱਲਾਂ ਨੂੰ ਸੱਚ ਸਮਝ ਰਹੇ ਨੇ। ਹੁਣ ਇੱਕ ਗੱਲ ਇਹਦੇ ਨਾਲ ਹੀ ਜੁੜੀ ਹੋਈ, ਸਿੱਧੂ ਸਾਹਿਬ ਵੀ ਉੱਥੇ ਜਾਂਦੇ ਨੇ ਬਾਈਬਲ ਕਲਾਂ ਇਨਸਾਫ ਮੋਰਚੇ ਦੇ ਉੱਤੇ, ਉਹਨਾਂ ਦੀ ਤਾਂ ਸਰਕਾਰ ਵੀ ਹੁਣੇ ਗਈ ਆ, ਸਭ ਕੁਝ ਸੀਗਾ ਹੱਥ ਦੇ ਵਿੱਚ। ਤੁਹਾਨੂੰ ਕੀ ਲੱਗਦਾ ਹੁਣ ਜਾ ਕੇ ਫਿਰ? ਮੈਨੂੰ ਔੜ ਲੱਗਦੀ ਹੈ ਗੱਲ ਇਹ ਕਿ ਯਾਰ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿਉਂ ਨਹੀਂ ਕੀਤਾ ਤੁਸੀਂ? ਆਂਦੇ ਨਹੀਂ ਮੇਰੇ ਕੋਲੇ ਪਾਵਰ ਨਹੀਂ ਸੀ। ਮੈਂ ਉੱਥੇ ਵੀ ਇਹ ਗੱਲ ਕਹੀ ਹੈ, ਮੈਂ ਕਿਹਾ ਯਾਰ ਇਹਦਾ ਮਤਲਬ ਤਾਂ ਫਿਰ ਕਾਂਗਰਸ ਦੇ ਹਰ ਵਰਕਰ ਨੂੰ ਪਾਵਰ ਦੇਣੀ ਪਊਗੀ, ਫਿਰ ਅਸੀਂ ਪਰਖਾਂਗੇ ਕਾਂਗਰਸ ਨੂੰ। ਪਹਿਲਾਂ ਤੁਹਾਡੇ 4.5 ਸਾਲ ਰਹੇ, ਦੂਜੀ ਸਰਕਾਰ ਰਹੀ, ਆਂਦੀ ਜੀ ਨਹੀਂ ਇਹ ਮੇਰੀ ਇਹਦੇ 'ਚ ਵੱਸ ਨਹੀਂ ਚੱਲਦਾ, ਫਿਰ ਤੁਸੀਂ ਉੱਥੇ ਕੀ ਕਰਦੇ ਸੀ? ਚਲੋ ਮੰਨ ਲਈ ਗੱਲ, ਦੂਜੀ ਸਰਕਾਰ ਤਾਂ ਤੁਸੀਂ ਲਿਆਂਦੀ। ਉਹੀ ਹੋਮ ਮਿਨਿਸਟਰ ਜਾ ਕੇ, ਮੈਨੂੰ ਸੁਖਰਾਜ ਨੇ ਕੱਲ ਦੱਸਿਆ ਉੱਥੇ, ਉਹ ਆਂਦੇ ਉਹ ਇੱਥੇ ਹੀ ਆਏ ਸੀ ਧਰਨੇ ਤੇ, ਔਰ ਉਹਨਾਂ ਨੇ ਆ ਕੇ ਕਿਹਾ ਸੀ ਕਿ ਸਿਰਫ ਰੱਬ ਸਾਨੂੰ ਪਾਵਰ ਦੇਵੇ 2 ਘੰਟੇ ਲਈ ਤਾਂ ਅਸੀਂ ਸਾਰਾ ਮਸਲਾ ਹੱਲ ਕਰ ਦਿਆਂਗੇ। 100 ਦਿਨ ਰਹੇ, ਕੀ ਕੀਤਾ? ਹੁਣ ਤੁਸੀਂ ਆ ਕੇ ਕਹਿ ਰਹੇ ਹੋ ਅਸੀਂ ਆ ਕਰ ਦਿਆਂਗੇ, ਅੱਗੇ ਸਾਨੂੰ ਮੌਕਾ ਦਿਓ। ਉਹ ਯਾਰ ਜਦੋਂ ਤੁਹਾਡੀ ਸਰਕਾਰ ਸੀ, ਫਿਰ ਸਰਕਾਰ ਦੇ ਅੰਦਰ ਇੱਕ ਹੋਰ ਸਰਕਾਰ ਬਣੀ ਦੁਬਾਰਾ, ਹੁਣ ਆਨੇ ਨਹੀਂ ਉਹ ਵੀ ਨਹੀਂ, ਹੁਣ ਮੈਨੂੰ ਫਿਰ ਕੋਈ ਦੂਜਾ ਆ ਜਾਊਗਾ, ਨਹੀਂ ਜੀ ਇਹਨਾਂ ਤੋਂ ਤਾਂ ਨਹੀਂ ਹੋਇਆ, ਮੈਨੂੰ ਦਿਓ। ਇਹਦਾ ਮਤਲਬ ਅਸੀਂ ਤਾਂ ਪੁੱਤ ਪੋਤਰਿਆਂ ਤੱਕ ਤੁਹਾਨੂੰ ਸਰਕਾਰ ਦੇ ਹੀ ਰੱਖੀਏ ਕਿਉਂਕਿ ਤੁਹਾਡੇ ਵਰਕਰ ਬਹੁਤ ਨੇ, ਇਹ ਤਾਂ ਖਤਮ ਹੀ ਨਹੀਂ ਹੋਣੇ। ਉਹ ਜਦੋਂ ਮੌਕਾ ਸੀ ਕਰ ਲੈਂਦੇ। ਜਦੋਂ ਆਪੋਜੀਸ਼ਨ 'ਚ ਆ ਕੇ ਤੁਸੀਂ ਇੰਨਾ ਮਿਲਦੇ ਹੋ, ਮਿਲਾਉਣੇ ਹੋ, ਇੰਨੀਆਂ ਗੱਲਾਂ ਦੇ ਪ੍ਰੋਮਿਸਸ ਕਰਦੇ ਹੋ, ਮਸਲੇ ਵੇਨੇ ਹੋ, ਇਹ ਸਰਕਾਰ 'ਚ ਹੁੰਦਿਆਂ ਦੀਦੇ ਨਹੀਂ। ਆਹ ਇਨਵਾਇਰਨਮੈਂਟ ਪਹਿਲਾਂ ਨਹੀਂ ਦੀਦਾ ਸੀ, ਪਾਣੀ ਪਹਿਲਾਂ ਨਹੀਂ ਦੀਦਾ ਸੀ, ਬਾਈਬਲ ਕਲਾਂ ਪਹਿਲਾਂ ਨਹੀਂ ਦੀਦਾ ਸੀ, ਹੋਰ ਕਿੰਨਾ ਕੁਛ ਆ, ਲਾ ਐਂਡ ਆਰਡਰ ਦੀਦਾ ਨਹੀਂ ਸੀ ਪਹਿਲਾਂ, ਜੇਲਾਂ ਨਹੀਂ ਦੀਦੀਆਂ ਸੀ, ਪੁਲਿਸ ਨਹੀਂ ਦੀਦੀ ਸੀ ਪਹਿਲਾਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਹੀਂ ਦੀਦੀ ਸੀ ਪਹਿਲਾਂ, ਹੁਣ ਦਿਸਣ ਲੱਗ ਗਈ। ਇਹੀ ਗੱਲ ਅਸੀਂ ਇਹਨਾਂ ਨੂੰ ਵੀ ਕਵਾਂਗੇ, ਨਵੀਂ ਸਰਕਾਰ ਵਾਲਿਆਂ ਨੂੰ ਵੀ, ਕਿ ਭਾਈ ਸਾਹਿਬ ਇਹ ਜੇ ਤੁਸੀਂ ਆਪੋਜੀਸ਼ਨ 'ਚ ਵੇਂਦੇ ਰਹੇ ਹੋ ਇਹਨਾਂ ਚੀਜ਼ਾਂ ਨੂੰ, ਇਹਨਾਂ ਨੂੰ ਹੁਣੇ ਹੀ ਵੇਖ ਲਿਓ ਜੀ, ਕਿਤੇ ਇਹ ਨਾ ਹੋਵੇ ਕਿ ਜਿਵੇਂ ਇਹ ਗਏ ਨੇ ਫਿਰ ਤੁਹਾਨੂੰ ਵੀ ਜਾਣਾ ਪੈ ਜੇ। ਪਰ ਰਤਨ, ਮੈਂ ਤੁਹਾਨੂੰ ਸੀਰੀਅਸਲੀ ਕਹਾਂ, ਮੈਨੂੰ ਉਮੀਦ ਹੈ ਔਰ ਮੈਂ ਪੋਜ਼ਿਟਿਵ ਹੈ, ਆਪਾਂ ਖਰੂਦੀ ਨਹੀਂ ਬਣਨਾ ਕਿ ਇਹ ਤਾਂ ਹਰ ਥਾਂ 'ਤੇ ਖਰੂਦ ਪਾਉਣ ਵਾਲੀ ਗੱਲ ਹੈ। ਅਸੀਂ ਇਹਨਾਂ ਨੂੰ ਟਾਈਮ ਦੇਈਏ, ਹਾਂ ਇਹਨਾਂ ਨੂੰ ਸੁਜੈਸਟ ਜ਼ਰੂਰ ਕਰੀਏ। ਜਿਵੇਂ ਤੁਸੀਂ ਵੀ ਉਸ ਖੇਤਰ ਦੇ ਨਾਲ ਸੰਬੰਧ ਰੱਖਦੇ ਹੋ, ਜਿਹੜੇ ਖੇਤਰ ਤੋਂ ਭਗਵੰਤ ਸਿੰਘ ਮਾਨ ਆਉਂਦੇ ਨੇ ਜਾਂ ਛੋਡੇ ਵਾਲੇ ਖੇਤਰ ਤੋਂ, ਕਹਿੰਦੇ ਵੀ ਜਿਹੜੇ ਕਲਾਕਾਰ ਹੁੰਦੇ ਨੇ, ਅਦਾਕਾਰ ਹੁੰਦੇ ਨੇ, ਫਿਲਮ ਡਾਇਰੈਕਟਰ ਹੁੰਦੇ ਨੇ ਜਾਂ ਲਿਖਾਰੀ ਹੁੰਦੇ ਨੇ, ਉਹ ਬੜਾ ਕੁਝ ਸੋਚਦੇ ਨੇ ਆਪਣੇ ਬਾਰੇ ਵੀ, ਨਿੱਜ ਬਾਰੇ ਵੀ, ਤੇ ਪਰ ਉਹ ਲੋਕਾਂ ਬਾਰੇ ਵੀ, ਤੇ ਆਸ-ਪਾਸ ਜਿਹੜਾ ਸੱਭਿਆਚਾਰ ਚੱਲਦਾ ਉਹਦੇ ਬਾਰੇ ਵੀ ਸੰਵੇਦਨਸ਼ੀਲ ਜ਼ਿਆਦਾ ਹੁੰਦਾ। ਤੁਹਾਨੂੰ ਕੀ ਲੱਗਦਾਗਾ ਵੀ ਭਗਵੰਤ ਮਾਨ ਦੀ ਜਿਹੜੀ ਉਹ ਚੀਜ਼ ਆ, ਉਹ ਜਗਿਆਸਾ ਗੀ, ਉਹ ਜਿੰਦਾ ਰਹੂਗੀ ਕਿ ਕਿਤੇ ਨਾ ਕਿਤੇ ਕੋਈ ਕਲੈਸ਼ ਹੋ ਜਾਊਗਾ? ਮੈਨੂੰ ਲੱਗਦਾ ਹੈ ਰਤਨ, ਮੈਨੂੰ ਸਭ ਤੋਂ ਜ਼ਿਆਦਾ ਉਮੀਦ ਹੀ ਭਗਵੰਤ ਤੋਂ ਹੈ। ਮੇਰੇ ਨਾਲ ਭਗਵੰਤ ਦੀਆਂ ਸਾਡੀਆਂ ਬਹੁਤ ਵਾਰੀ ਗੱਲਾਂ ਹੋਈਆਂ ਪਹਿਲਾਂ ਜੀ, ਉਹਨੂੰ ਮੈਂ ਬਹੁਤ ਅੰਦਰੋਂ ਚਿੰਤਤ ਵੀ ਦੇਖਿਆ, ਬੜੀਆਂ ਗੱਲਾਂ ਨੂੰ ਲੈ ਕੇ ਅਸੀਂ ਡਿਸਕਸ ਕਰਦੇ ਸੀ। ਜਦੋਂ ਬੰਬੇ ਵੀ ਈਵਨ ਮੈਂ ਸੀਗਾ ਉਦੋਂ ਵੀ ਉਹਨੇ ਆਉਣਾ, ਉੱਥੇ ਬੜਾ ਵਰਲਡ ਪੋਲਿਟਿਕਸ ਨੂੰ ਵੀ ਡਿਸਕਸ ਕਰਨਾ, ਵਰਲਡ ਇਕੋਨਮੀ ਨੂੰ ਵੀ ਡਿਸਕਸ ਕਰਨਾ, ਔਰ ਪੰਜਾਬ 'ਚ ਕੀ ਗਲਤ ਹੋ ਰਿਹਾ ਜਾਂ ਹਿੰਦੁਸਤਾਨ 'ਚ ਕੀ ਗਲਤ ਹੋ ਰਿਹਾ ਉਹਨੂੰ ਵੀ ਡਿਸਕਸ ਕਰਨਾ। ਮੈਨੂੰ ਲੱਗਦਾ ਹੈ ਉਹ ਜਿਹੜੀ ਸੰਵੇਦਨਾ ਜਾਂ ਉਹ ਇੱਕ ਜਿਹੜਾ ਦਰਦ ਹੈ ਲੋਕਾਂ ਲਈ, ਪੀੜ ਹੈ ਜੀ, ਉਹ ਉਹਦੇ 'ਚ ਹੈਗੀ ਵੀ ਆ ਔਰ ਰਹੂਗੀ ਵੀ। ਜੇ ਮੈਂ ਪਿਛਲੇ ਮਹੀਨੇ ਦੇ ਡਿਸੀਜ਼ਨਾਂ ਤੇ ਜਾਵਾਂ, ਜਿੱਥੇ ਜਿੱਥੇ ਜਿਨ੍ਹਾਂ ਡਿਸੀਜ਼ਨਾਂ ਦੇ ਵਿੱਚ ਭਗਵੰਤ ਝਾਕਦਾ ਹੈ, ਉਹ ਡਿਸੀਜ਼ਨ ਅੱਛੇ ਨੇ, ਔਰ ਜਿਨ੍ਹਾਂ 'ਚ ਭਗਵੰਤ ਨਹੀਂ ਝਾਕਦਾਗਾ, ਮਤਲਬ ਉਹ ਤੁਹਾਨੂੰ ਡਿਸੀਜ਼ਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਰਾਜ ਸਭਾ ਵਾਲਿਆਂ 'ਚ ਭਗਵੰਤ ਦੀ ਨਹੀਂ ਸੁਣੀ ਗਈ, ਤਾਂ ਉਹਦਾ ਰਿਜ਼ਲਟ ਆਪਾਂ ਦੇਖ ਰਹੇ ਹਾਂ। ਤਾਂ ਮੈਂ ਉਹਨੂੰ ਕਹੂੰਗਾ ਭਾਈ ਇਹ ਝਾਕਣਾ ਮਾੜਾ ਜਿਹਾ ਵਧਾ, ਲੋਕਾਂ ਨੇ ਤੈਨੂੰ ਜਿਤਾਇਆ। ਜਿਸ ਦਿਨ ਭਗਵੰਤ ਮਾਨ ਦਾ ਨਾਂ ਆਉਂਦਾ ਹੈ ਉਸ ਦਿਨ ਤੋਂ ਬਾਅਦ ਲੋਕਾਂ ਦਾ ਇੱਕ ਇਤਬਾਰ ਜੁੜਿਆ, ਔਰ ਆਪਾਂ ਵੇਖਿਆ ਹਵਾ ਬਦਲੀ ਤਾਂ ਪੰਜਾਬ ਤੇਰੇ ਨਾਲ ਖੜਾ ਹੈ, ਤੂੰ ਪੰਜਾਬ ਨਾਲ ਖੜ ਜੀ। ਤੇ ਜੇ ਪੰਜਾਬ ਨਾਲ ਤੂੰ ਨਾ ਖੜਾ
ਤਾਂ ਪੰਜਾਬ ਨੇ ਦੁਬਾਰਾ ਤੇਰੇ ਨਾਲ ਖੜਨਾ ਨਹੀਂ ਤੇ ਤੈਨੂੰ ਕਿਸੇ ਨੇ ਉੱਥੇ ਬਹਿਣ ਨਹੀਂ ਦੇਣਾ। ਸੋ ਮੇਰੀ ਤੈਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਜਿਵੇਂ ਤੇਰੇ 'ਚ ਭਰੋਸਾ ਜਤਾਇਆ ਪੰਜਾਬ ਨੇ, ਜੋ ਤੇਰੀਆਂ ਜੋ ਵੀ ਖਾਸੀਅਤਾਂ ਹੋਣਗੀਆਂ ਉਹਦਾਂ ਬਾਰੇ ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਬੁਰਾਈਆਂ ਖਾਸੀਅਤਾਂ ਉਹ ਸਭ ਪਾਸੇ ਹੋ ਗਈਆਂ, ਲੋਕਾਂ ਨੇ ਫਤਵਾ ਦੇ ਦਿੱਤਾ ਹੈ। ਸੋ ਅਸੀਂ ਕਹਾਂਗੇ ਜੋ ਤੈਨੂੰ ਫਤਵਾ ਦਿੱਤਾ ਹੈ ਇਹਨੂੰ ਨਿਭਾ ਲਈ, नहीं तो तुम नहीं तो कोई और सही, और नहीं तो और सही वाली गल हो ही जानी है। जिथे ये गए ने उत्थे तुसी जाओगे। लोगों ने रतन मैं फिर कहूँगा आप दे विच इहदे ते विश्वास किया है, बट उस बुरछागर्दी नूं हराया है, उस चेंज उहनूं कीता है, उन्हां नूं जे हराता है तां तुसी भाई साहब जे कुछ चंगा नहीं करोगे तां तुहानूं भी हटाया जाऊगा। सो प्लीज़ इहनूं कोई 5 साल ना समझो। एक बारी जो फस्ट इंप्रैशन होंगे ना वही सब तो अहम होंगे। सो काम करना शुरू करो, जोड़ा थोड़ा बहुत किया गुड ऐलान ही होए ने उन्होंने इंप्लीमेंट करना शुरू कर दो। और मसले बहुत ने, साडी इकनोमिकल स्थिति भी बहुत खराब है, असी बहुत वड्डे डेफिसिट च हैं, कर्जे च हैं, और नाल साडे हर डिपार्टमेंट का सत्यानाश हो चुका है, चाहे हैल्थ हो, चाहे एजुकेशन हो, चाहे इन्वायरमेंट हो, ना लै लो किसी का भी। आज जो गोलियां चल रही आप जिक्र कर रहे थे कितना कुछ हो गया, का जो लॉ एंड ऑर्डर का मसला हो रहा है, ये की हो रहा है, क्यों मारिया मराया जा रहा है, कबड्डी वाला किते फलाना पिते मतलब ये चल की पिया है पंजाब च। और सीरीयसली मैनूं ताज्जुब हुंदा है कि पहले वालियां सरकारां कर की रही सी। सो इन्ना हुण जिवें उत्थे गए सी बाबल कलां गए, तुसीं उत्थे गल तां सुनो की कुछ हो चुकिया है। मैं कहा लोग यार ये अखां बंद करके बैठे रहिंदे ने। और जिहड़ी तुसीं गल कही हुण उत्थे आ भी गए बाद च, तो पहलां की कर रहे सी। और किते भी लै लो, असीं कल परसों इन्वायरमेंट दे गए सी, उत्थे जाके हाल वेखो, काला पानी, ये पंजाब दा उही पानी है जिहदा दुनिया जिक्र करदी है। किते भी आ लै लो, उधर बैठे मैं उत्थे भी गया सी, आ सिरसा जी बैठे ने, की कुछ साडियां बुक्स दे विच लिखिया जा रहा है। इन्हां नूं जिन्हां ने वाचना सी वो ड्यूटी कर रहे ने या नहीं कर रहे। इन्वायरमेंट वाले साढ़े 2-3 हज़ार कर्मचारी ने, वो ड्यूटी कर रहे हैं कि नहीं कर रहे। जो कर रहे हैं तो फिर वो काला पानी क्यों है। वो EST CST सिस्टम होंदा जिहड़ा, STP सिस्टम होंदा जिहड़ा, वो सिस्टम वर्क कर रहा है कि नहीं कर रहा। जहाँ असीं एक करप्शन दी होर जेब बनाती है पोल्यूशन बोर्ड बना के। अमिताभ जी मैं एक गल कहा, जिवें गल्लां कर रहे हो ਜਾਂ ਜਿਵੇਂ ਹੋਰ ਇਹਨਾਂ ਸਾਰਾ ਕੁਝ ਠੀਕ ਆ, ਪਰ ਜੇ ਰਾਜ ਸਭਾ ਮੈਂਬਰ ਦੀ ਆਪਾਂ ਜਮਾ ਕਹਿ ਦਈਏ ਵੀ ਜਮਾ ਨਬਜ਼ ਫੜਨੀ ਹੋਵੇ, ਜਦੋਂ ਇੰਨੇ ਧੜੱਲੇਦਾਰ ਬੰਦੇ ਜਿਨ੍ਹਾਂ ਦਾ ਇੱਕ ਨਿੱਜੀ ਹਿੱਤ ਭਾਰੀ ਆ, ਇੱਕ ਵੱਡੇ ਪ੍ਰਾਈਵੇਟ ਅਦਾਰੇ ਚਲਾਉਂਦੇ ਨੇ, ਉਹ ਜਦੋਂ ਇਹ ਸਿਸਟਮ ਦੇ ਵਿੱਚ ਆਉਣਗੇ ਉਹ ਫਿਰ ਸੁਧਰਨ ਦੇਣਗੇ। ਉਹ ਕਹਿਣਗੇ ਸਾਡੀ ਤਾਂ ਵਾਲਿਆਂ ਨਾਲ ਅਫਸਰ ਕੀ ਲੱਗਦਾ। ਰਤਨ ਦਿਸ ਇਜ਼ ਦੀ ਪ੍ਰੋਬਲਮ। ਅਸੀਂ ਕੱਲ ਜਦੋਂ ਗਏ ਆ, ਅਸੀਂ ਲੁਧਿਆਣੇ 'ਚ ਜਿਹਨੂੰ ਪਹਿਲਾਂ ਬੁੱਢਾ ਦਰਿਆ ਕਹਿੰਦੇ ਸੀ ਹੁਣ ਆਪਾਂ ਨਾਲਾ ਕਹਿਣ ਲੱਗ ਗਏ ਆ, ਜਿਹੜਾ ਉਹ ਜਾਂਦਾ ਹੈ ਉਹਦੇ 'ਚ ਜੋ ਉੱਥੋਂ ਲੁਧਿਆਣੇ ਦੀ ਇੰਡਸਟਰੀਲਿਸਟ ਉਹਦੇ 'ਚ ਪਾਉਂਦੇ ਨੇ, ਕੰਟਰੀਬਿਊਸ਼ਨ ਕਰਦੇ ਨੇ ਕੈਮੀਕਲ ਪਾਉਣ ਦੀ, ਉਹਨਾਂ ਵਿੱਚੋਂ ਹੀ ਅਸੀਂ ਇੱਕ ਚੁਣ ਕੇ ਬੰਦਾ ਉੱਥੇ ਭੇਜਿਆ ਜਿਹਦੀਆਂ ਪਤਾ ਹੀ ਨਹੀਂ ਬੇਸ਼ੁਮਾਰ ਫੈਕਟਰੀਆਂ ਨੇ। ਉਹਦੇ ਵਿੱਚ ਉਹ ਕਿਹੜਾ ਸਿਸਟਮ ਹੈ ਕਿ ਉਹ ਵਰਕ ਕਰ ਰਿਹਾ ਹੈ। ਜੇ ਉਹਦਾ ਨਹੀਂ ਤਾਂ ਆਪਣੇ ਨੇੜੇ ਤੇੜੇ ਵਾਲਿਆਂ ਦਾ ਉਹ ਡਿਫੈਂਡ ਨਹੀਂ ਕਰਨਾ ਹੋਊਗਾ। ਹੁੰਦਾ ਕੀ ਆਮ ਤੌਰ ਤੇ ਅਸੀਂ ਕੋਈ ਇੰਡਸਟਰੀਲਿਸਟਾਂ ਦੇ ਖਿਲਾਫ ਨਹੀਂ ਗਏ, ਪਰ ਕੁਝ ਇੰਡਸਟਰੀਲਿਸਟਾਂ ਦਾ ਟਰੈਕ ਰਿਕਾਰਡ ਹੁੰਦਾ। ਜਿਵੇਂ ਟਾਟਾਸ ਬਾਰੇ ਕਿਹਾ ਜਾਂਦਾ ਸੀ ਯਾਰ ਇਹ ਬਹੁਤ ਅੱਛੇ ਇੰਡਸਟਰੀਲਿਸਟ ਨੇ, ਉਸੇ ਤਰ੍ਹਾਂ ਨਾਲ ਇਹਨਾਂ ਤੋਂ ਵੀ ਜ਼ਿਆਦਾ ਬਿਹਤਰ ਹੁੰਦਾ ਹੈ ਤੁਸੀਂ ਉਹ ਸਮਾਜ ਸੇਵੀ ਬੰਦੇ ਚੱਕੋ ਜਿਨ੍ਹਾਂ ਦਾ ਕੋਈ ਕੱਲ ਨੂੰ ਕੌਨਫਲਿਕਟ ਆਫ ਇੰਟਰਸਟ ਨਾ ਬਣੇ। ਕੌਨਫਲਿਕਟ ਆਫ ਇੰਟਰਸਟ ਕੀ ਹੁੰਦਾ ਹੈ ਕਿ ਤੁਹਾਡਾ ਕੋਈ ਆਪਦਾ ਨਿੱਜੀ ਹਿੱਤ ਨਾ ਵਿੱਚ ਵੜੇ, ਜਿਨ੍ਹਾਂ ਨੇ ਸਿਰਫ ਕੰਮ ਹੀ ਆ ਕਰਨਾ ਹੈ। ਇਸ ਲਈ ਆਉਂਦੇ ਹੁੰਦੇ ਕੋਈ ਕਲਾ ਦੇ ਵਿੱਚੋਂ ਚੱਕ ਲਓ, ਕੋਈ ਸਾਹਿਤਕਾਰ ਚੱਕ ਲਓ, ਕੋਈ ਸਪੋਰਟਸ ਦੇ ਵਿੱਚੋਂ ਚੱਕ ਲਓ, ਜਾਂ ਕੋਈ ਸਮਾਜ ਸੇਵੀ ਚੱਕ ਲਓ, ਜਾਂ ਕੋਈ ਧਾਰਮਿਕ ਸ਼ਖਸੀਅਤ ਚੱਕ ਲਓ, ਜਿਨ੍ਹਾਂ ਦਾ ਟਰੈਕ ਰਿਕਾਰਡ ਬਹੁਤ ਕਲੀਨ ਹੋਵੇ, ਉਹਨਾਂ ਨੂੰ ਉੱਥੇ ਭੇਜੋ ਤਾਂ ਜੋ ਉਹ ਤੁਹਾਡੇ ਸਟੇਟ ਦੀ ਤਰਜਮਾਨੀ ਕਰ ਸਕਣ, ਜੋ ਤੁਹਾਡੇ ਜਜ਼ਬਾਤ ਨੇ ਜਾਂ ਤੁਹਾਡੇ ਮਸਲੇ ਮਸਾਇਲ ਨੇ, ਜਿਨ੍ਹਾਂ ਨੂੰ ਸਮਝ ਹੋ ਜੇ ਪੰਜਾਬ ਦੇ ਹਰ ਮਸਲੇ ਦੀ। ਇਹ ਕੀ ਕਰਨਗੇ? ਪੰਜਾਬੀ ਨਾਲ ਸਾਡਾ ਕੀ ਲਗਾਵ ਹੈ? ਇਹਨਾਂ ਚੋਂ ਕਿਸੇ ਨੂੰ ਵੀ ਆਉਂਦੀ ਚੱਜ ਨਾਲ ਪੰਜਾਬੀ ਬੋਲਣੀ? ਪ੍ਰੋਬਲਮ ਆਹੀ ਹੁੰਦੀ ਹੈ ਕਿ ਤੁਸੀਂ ਜਦੋਂ ਰਿਪਰੈਜ਼ੈਂਟੇਟਿਵ ਭੇਜਦੇ ਹੋ, ਆਪਦੇ ਰਿਪਰੈਜ਼ੈਂਟੇਟਿਵ ਉਸ ਨੂੰ ਭੇਜਿਆ ਜਾਂਦਾ ਜਿਹਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਹੋਵੇ। ਜਦੋਂ ਉੱਥੇ ਖੜੇ ਤਾਂ ਲੋਕਾਂ ਨੂੰ ਲੱਗੇ ਪੰਜਾਬ ਸਾਡੇ ਸਾਹਮਣੇ ਖੜ ਗਿਆ ਆ ਕੇ, ਇਹਦੇ ਤੋਂ ਅਸੀਂ ਪੰਜਾਬ ਬਾਰੇ ਕੁਝ ਵੀ ਪੁੱਛ ਸਕਦੇ ਹਾਂ। ਤੇ ਜੇ ਮੰਨ ਲਓ ਉਹਨੂੰ ਕਿਸੇ ਚੀਜ਼ ਦਾ ਨਹੀਂ ਪਤਾ ਤਾਂ ਉਹ 2 ਮਿੰਟ ਦੇ ਵਿੱਚ ਪਤਾ ਲਵਾ ਲੂਗਾ, ਕਿਉਂਕਿ ਉਹਨੂੰ ਬਾਕੀ ਗੱਲਾਂ ਦਾ ਪਤਾ, ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ। ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਡਿਸੀਜਨ ਚਲੋ ਹੋ ਗਿਆ, ਹੁਣ ਉਸੇ ਨੂੰ ਲੈ ਕੇ ਤਾਂ ਨਹੀਂ ਬੈਠੇ ਰਵਾਂਗੇ। ਗਿਲਾ ਦੁੱਖ ਹੈ, ਇਹ ਪੁੱਛਿਆ ਵੀ ਜਾਊਗਾ ਇਹਨਾਂ ਤੋਂ, ਔਰ ਪੁੱਛਿਆ ਵੀ ਜਾਣਾ ਚਾਹੀਦਾ। ਮੈਂ ਵੀ ਉਹਨਾਂ ਪੁੱਛਣ ਵਾਲਿਆਂ 'ਚ ਹੈ, ਬਟ ਚਲੋ ਅਗਲੇ ਡਿਸੀਜਨ ਬੈਟਰ ਕਰ ਲਓ।
ਅੱਜ ਸਾਡੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਜੋ ਹੁੰਦਾ ਸਾਡੀ ਐਡਮਿਨਿਸਟ੍ਰੇਸ਼ਨ ਹੈ ਜੋ ਜਿਹਦੇ ਨਾਲ ਸਾਡਾ ਪੰਜਾਬ ਚੱਲਦਾ ਹੈ, ਚਾਹੇ ਉਹ IAS ਹੋਣ IPS ਹੋਣ, ਉਹ 'ਚ ਇਹਨਾਂ ਪਾਰਟੀਆਂ ਦਾ ਕੋਈ ਦੋਸ਼ ਨਹੀਂਗਾ। ਉਹ 'ਚ ਕਿੰਨੇ ਕੁ ਬੰਦੇ ਨੇ ਜਿਹੜੇ ਪੰਜਾਬ 'ਚੋਂ ਨਿਕਲ ਕੇ ਆਏ ਨੇ। ਸਾਡੇ ਮੁੰਡੇ ਅਗਰ IPS ਨਹੀਂ ਕਰ ਪਾ ਰਹੇ ਜਾਂ IAS ਨਹੀਂ ਕਰ ਪਾ ਰਹੇ, ਉਹਦੇ ਲਈ ਤਾਂ ਫਿਰ ਅਸੀਂ ਆਪਦੇ ਆਪ ਨੂੰ ਦੋਸ਼ੀ ਦੇਵਾਂਗੇ। ਰੈਵਨਿਊ 'ਚ ਕਿੰਨੇ ਕੁ ਨੇ ਸਾਡੇ ਮੁੰਡੇ? ਕੋਈ ਨਹੀਂ। ਜਿਨ ਕੇ ਉਂਗਲਾਂ ਤੇ ਗਿਣ ਲਓ ਤੁਸੀਂ। ਅੱਜ ਚੰਡੀਗੜ੍ਹ ਦੇ ਵਿੱਚ ਕਿੰਨੇ ਕੁ ਸਾਡੇ ਜੋ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈ ਜਿੰਨਾ ਕਰਕੇ, ਪੋਲੀਟੀਕਲ ਨਹੀਂ, ਜੋ ਗਵਰਨਮੈਂਟ ਵੱਲੋਂ ਅਪਾਇੰਟਡ ਨੇ, ਉਹਨਾਂ 'ਚ ਕਿੰਨੇ ਕੁ ਸਾਡੇ ਨੇ? ਸਾਡੇ ਮੀਨ ਜਿਨ੍ਹਾਂ ਹੈਗੇ ਸਾਰੇ ਸਾਡੇ ਨੇ, ਬਟ ਜਿਨ੍ਹਾਂ ਨੂੰ ਪੰਜਾਬ ਬਾਰੇ ਡਿਟੇਲ ਪਤਾ ਹੋਗੀ। ਰਤਨ, ਮੈਂ ਜਾ ਕੇ ਮਹਾਰਾਸ਼ਟਰ 'ਚ ਮਰਾਠੀ ਸਿੱਖ ਸਕਦਾ, ਮੈਂ ਬੋਲ ਵੀ ਸਕਦਾ, ਮੈਂ ਉੱਥੋਂ ਦੇ ਮਸਲਿਆਂ ਨੂੰ ਕੋਸ਼ਿਸ਼ ਕਰੂੰਗਾ ਸਮਝਣਾ। ਜਿਵੇਂ ਇਹਨਾਂ ਆਫੀਸਰਸ ਨੂੰ 1 ਸਾਲ ਤੱਕ ਤੁਹਾਡੀ ਲੈਂਗੁਏਜ ਪੜ੍ਹਾਈ ਜਾਂਦੀ ਹੈ, ਕਲਚਰ ਬਾਰੇ ਵੀ ਕਿਹਾ ਜਾਂਦਾ ਪਤਾ ਕਰੋ, ਪਰ ਮੈਂ ਕਿੰਨਾ ਕੁ ਸਿੱਖ ਲੂੰ ਯਾਰ? ਮੈਂ ਮਹਾਰਾਸ਼ਟਰ ਦਾ ਕਿੰਨਾ ਕੁ ਸਿੱਖ ਲੂੰ? ਮੈਨੂੰ ਪੰਜਾਬ ਬਾਰੇ ਤਾਂ ਸਿੱਖਣ ਦੀ ਵੀ ਲੋੜ ਨਹੀਂ, ਮੈਨੂੰ ਪਤਾ ਹੈ, ਖੂਨ 'ਚ ਮੇਰੇ ਖੂਨ 'ਚ, ਮੈਨੂੰ ਪਤਾ ਹੈ ਮੇਰਾ ਬੱਚੇ, ਮੇਰੇ ਖੱਬੇ ਸੱਜੇ ਵਾਲਿਆਂ ਦਾ ਸੁਭਾਅ ਕਿਹੋ ਜਿਹਾ, ਇਹ ਸੋਚਦੇ ਕਿਵੇਂ ਨੇ, ਇਹ ਬੋਲਦੇ ਕਿਵੇਂ ਨੇ, ਮਿੱਟੀ 'ਚ ਕੀ ਹੈ, ਕਿੱਥੋਂ ਦੀ ਮਿੱਟੀ ਕਿਹੋ ਜੀ ਹੈ, ਕਿਹੜੀ ਚੀਕਣੀ, ਕਿਹੜੀ ਫਸਲ ਕਿਹੜੀ ਥਾਂ ਤੇ ਹੋ ਸਕਦੀ, ਪਾਣੀ ਕਿਹੜਾ, ਮਤਲਬ ਤੁਹਾਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ, ਬਗੈਰ ਦੱਸਿਆਂ ਪਤਾ ਹੁੰਦਾ ਹੈ। ਔਰ ਜਿਹੜੀ ਚੀਜ਼ ਦਾ ਪਤਾ ਤੁਹਾਨੂੰ ਬਗੈਰ ਦੱਸਿਆਂ ਹੋਵੇ, ਅਸਲ ਪਤਾ ਹੀ ਉਹ ਹੁੰਦਾ ਹੈ। ਹੁਣ ਇੱਕ ਸਵਾਲ ਹੋਰ ਆਉਂਦਾ ਜਦੋਂ ਤੁਹਾਡੀਆਂ ਮੁਲਾਕਾਤਾਂ ਆਉਂਦੀਆਂ, ਇੱਕ ਥੱਲੇ ਜੇ ਕਮੈਂਟ ਸੈਕਸ਼ਨ ਦੀ ਗੱਲ ਕਰਦੇ ਆ, ਲੋਕ ਜਿਹੜਾ ਕਿੰਤੂ ਪਰੰਤੂ ਕਰਦੇ, ਜੂਸ ਦਾ ਪੰਜਾਬ ਬਣਾਇਆ, ਹੁਣ ਕਿੱਥੇ ਖੜੇ ਹੋ ਜਾਂ ਅੱਗੇ ਕੀ ਕਰ ਰਹੇ ਹੋ? ਐਕਟਿਵ ਆ ਕਿ ਡੀਐਕਟੀਵੇਟ ਹੋ ਗਿਆ? ਮੈਨੂੰ ਨਾ ਬੜੇ ਲੋਕਾਂ ਨੇ ਕਮੈਂਟ ਕੀਤਾ, ਤੁਸੀਂ ਕਿੱਧਰ ਚਲੇ ਗਏ ਸੀ ਇਲੈਕਸ਼ਨਾਂ ਵੇਲੇ? ਇੱਕ ਤਾਂ ਕੀ ਸੀ, ਮੇਰੇ ਨਾਲ ਇੱਕ ਪਰਸਨਲ ਟ੍ਰੈਜਡੀ ਹੋਈ ਸੀ, ਮੇਰੇ ਵੱਡੇ ਭਾਈ ਸਾਹਿਬ ਗੁਜ਼ਰ ਗਏ ਸੀ ਉਦੋਂ ਹੀ। ਇਤਫਾਕ ਨਾਲ ਉਹਨਾਂ ਹੀ ਦਿਨਾਂ 'ਚ ਸਰਦਾਰ ਹਮੀਰ ਸਿੰਘ ਹੋਰੀ, ਜੋ ਸਾਡੇ ਗਰੁੱਪ ਦੇ ਇੱਕ ਸਰਗਰਮ ਮੈਂਬਰ ਨੇ, ਉਹਨਾਂ ਦੇ ਫਾਦਰ ਗੁਜ਼ਰ ਗਏ ਸੀ। ਔਰ ਸਾਡੀ ਦੋਵਾਂ ਦੀ ਜ਼ਿਆਦਾ ਡਿਊਟੀ ਹੁੰਦੀ ਸੀ ਪਬਲਿਕ ਅਪੀਅਰੈਂਸ ਦੀ। ਔਰ ਸੈਕਿੰਡ, ਉਹ ਬੰਦੇ ਜਿਹੜੇ ਕਮੈਂਟ ਕਰਦੇ ਨੇ ਜਾਂ ਪੁੱਛ ਵੀ ਲੈਂਦੇ ਨੇ, ਉਹ ਨਾ ਤਾਂ ਸਾਡੇ ਪੇਜਸ ਵੇਖਦੇ ਨੇ ਜਾਂ ਇੰਸਟਾ ਵੇਖ ਲਓ, ਤੁਹਾਨੂੰ ਸਾਡੀ ਮੂਵਮੈਂਟ ਸਮਝ ਆ ਜੇ ਅਸੀਂ ਕਿੱਥੇ ਕਿੱਥੇ ਜਾ ਰਹੇ ਹਾਂ। ਔਰ ਉਸ ਤੋਂ ਵੀ ਅਹਿਮ, ਯਾਰ ਅਸੀਂ ਤਾਂ ਜੋ ਕਿਹਾ ਉਹਦੇ ਤੇ ਕਾਇਮ ਹੈ। ਅਸੀਂ ਤਾਂ ਕਿਹਾ ਸੀ ਅਸੀਂ ਕਿਸੇ ਕਰਪਸ਼ਨ ਦਾ ਹਿੱਸਾ ਨਹੀਂ ਬਣਾਂਗੇ, ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ, ਮੁੱਦਿਆਂ ਦੇ ਆਧਾਰ ਤੇ ਕਰਾਂਗੇ। ਤੇ ਜੇ ਉਹਨਾਂ ਨੇ ਸਾਡੇ ਮੁੱਦੇ ਨਹੀਂ ਮੰਨੇ, ਅਸੀਂ ਸਪੋਰਟ ਨਹੀਂ ਕੀਤੀ। ਇਹ ਤਾਂ ਸਭ ਤੋਂ ਔਖਾ ਕੰਮ ਹੈ, ਆਪਦੇ ਸਟੈਂਡ ਤੇ ਖੜੇ ਰਹਿਣਾ ਤੇ ਆਪਦੇ ਆਪ ਨੂੰ ਬੋਲੀ 'ਚ ਵਿਕਣ 'ਚ ਸ਼ਾਮਲ ਨਾ ਕਰਨਾ। ਵਰਨਾ ਤਾਂ ਇੱਥੇ ਲੋਕ ਆ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਵਿਕਦੇ ਫਿਰਦੇ ਨੇ। ਸਾਨੂੰ ਤਾਂ ਇੱਥੇ ਬਹਿ ਬਹਿ ਕੇ 20-20 ਸੀਟਾਂ ਆਫਰ ਕੀਤੀਆਂ ਗਈਆਂ ਨੇ, ਵੱਡੀਆਂ ਜ਼ਿੰਮੇਵਾਰੀਆਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ 2 ਮਿੰਟ ਦੇ ਵਿੱਚ ਕਹਤਾ ਮੈਂ ਕਿਹਾ ਨਹੀਂ, ਆਊਟ, ਨਹੀਂ ਚਾਹੀਦਾ ਸਾਨੂੰ ਇਹ ਸਾਰਾ ਕੁਝ। ਇਹ ਕਰਕੇ ਤਾਂ ਵਿਖਾਵੇ ਕੋਈ, ਕੀਤਾ, ਵਿਕੇ ਨਹੀਂ, ਆਪਦੇ ਸਟੈਂਡ ਤੇ ਕਾਇਮ ਰਹੇ। ਤੇ ਰਹੀ ਗੱਲ ਸਾਡੀ ਮੂਵਮੈਂਟ ਦੀ, ਜਾ ਕੇ ਵੇਖ ਤਾਂ ਲਓ ਕੀ ਕਰਦੇ ਰਹੇ ਹਾਂ। ਵਿੱਚੋਂ 10-15 ਦਿਨ ਲਈ, ਕਿਉਂਕਿ ਇੱਕ ਪਰਸਨਲ ਟ੍ਰੈਜਡੀ ਮੇਰੇ ਨਾਲ ਵੀ ਹੋਈ ਸੀ, ਔਰ ਸਿਰਫ ਉਹ ਗੁਜ਼ਰੇ ਨਹੀਂ ਸੀ, ਉਸ ਤੋਂ 15 ਦਿਨ ਪਹਿਲਾਂ ਜਾਂ 20 ਦਿਨ ਪਹਿਲਾਂ ਜਿਹੜਾ ਅਸੀਂ ਦਿੱਲੀ, ਇੱਥੇ ਉੱਥੇ ਜੋ ਹਸਪੀਟਲਸ ਔਰ ਜੋ ਇਹ ਸਾਰਾ ਕੁਝ ਹੁੰਦਾ ਹੈ, ਉਸ ਪਰਸਨਲ ਟਰਾਮੇ ਚੋਂ ਤਾਂ ਅਸੀਂ ਨਿਕਲੇ ਆ ਨਾ। ਤਾਂ ਉਹ ਚੀਜ਼ਾਂ ਕਰਤਾ ਰਹੇ ਹਾਂ, ਹੁਣ ਵੀ ਕਰ ਰਹੇ ਹਾਂ, ਬਿਨਾਂ ਕਿਸੇ ਲਾਲਚ ਤੋਂ ਕਰ ਰਹੇ ਹਾਂ। ਔਰ ਜੋ ਪਹਿਲੇ ਦਿਨ ਕਿਹਾ ਸੀ, ਅੱਜ ਵੀ ਉਸੇ ਤੇ ਕਾਇਮ ਹੈ ਕਿ ਸਾਡੇ ਗਰੁੱਪ ਚੋਂ ਕੋਈ ਬੰਦਾ ਸਿੱਧੀ ਪੋਲਿਟਿਕਸ 'ਚ ਇੰਟਰਸਟ ਨਹੀਂ ਲਊਗਾ। ਜੇ ਲਊਗਾ ਤਾਂ ਗਰੁੱਪ ਛੱਡ ਦੂਗਾ। ਜਿਵੇਂ ਜਸਬਾਜ ਜਿਵੇਂ ਨੇ ਥੋੜਾ ਜਿਹਾ ਮਦਦ ਕਰਨੀ ਸੀ, ਉਹਨਾਂ ਦੇ ਕੁਝ ਪਰਸਨਲ ਉਹਦੇ ਇਨ-ਲॉज ਜਾਂ ਕੁਝ ਖੜੇ ਸੀਗੇ, ਉਹ ਆਪੇ ਗਰੁੱਪ ਚੋਂ ਬਾਹਰ ਹੋ ਗਿਆ ਸੀ, ਕਿਉਂਕਿ ਉਹਨੇ ਕੁਝ ਜਗ੍ਹਾ ਤੇ ਉਹਨੂੰ ਜਾਣਾ ਪੈਣਾ ਸੀ। ਤਾਂ ਉਹਨੇ ਬੜੀ ਇਮਾਨਦਾਰੀ ਨਾਲ ਬਾਹਰ ਜਾ ਕੇ ਉਹ ਕੰਮ ਕੀਤਾ। ਅਸੀਂ ਜੋ ਕਿਹਾ ਉਹਦੇ ਤੇ ਕਾਇਮ ਰਹੇ। ਸਾਨੂੰ ਕਿਸੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਜਾਂ ਮਿਨਿਸਟਰਾਂ ਦੀਆਂ ਪੋਸਟਾਂ ਨੇ ਲਲਚਾਇਆ ਨਹੀਂ, ਪੈਸਿਆਂ ਨੇ ਨਹੀਂ ਲਲਚਾਇਆ। ਅਸੀਂ ਜੋ ਕਿਹਾ ਸੀ ਉੱਥੇ ਕਾਇਮ ਰਹੇ ਕਿ ਆ ਜਿਹੜੇ ਇਲੈਕਸ਼ਨ ਸਾਹਮਣੇ ਆ ਰਹੇ ਨੇ 22 ਦੇ, ਜਦੋਂ ਅਸੀਂ ਐਲਾਨ ਕੀਤਾ ਯੂਥ ਦਾ ਪੰਜਾਬ ਦਾ, ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ, ਨਹੀਂ ਕੀਤਾ। ਤੁਹਾਨੂੰ ਵੀ ਟਿਕਟ ਆਫਰ ਹੋਈ ਸੀ? ਟਿਕਟਾਂ, ਟਿਕਟ ਨਹੀਂ, ਟਿਕਟਾਂ, ਸੋ ਮੈਨੀ ਟਿਕਟਾਂ, ਜਿੰਨੀਆਂ ਮਰਜ਼ੀ ਲੈ ਲਓ। ਔਰ ਹਰ ਪਾਰਟੀ ਨੇ, ਅਕ੍ਰੋਸ ਦੀ ਪਾਰਟੀ, ਔਰ ਅਗਲੀਆਂ ਵੀ ਬੜਾ ਕੁਛ, ਪੋਸਟਾਂ ਵੀ। ਮੈਂ ਉਹ ਨਹੀਂ ਚਾਹੀਦਾ ਭਰਾਵੋ, ਸਾਨੂੰ ਨਹੀਂ ਚਾਹੀਦਾ। ਅਸੀਂ ਜੋ ਕਮਿਟ ਕਰਤਾ ਹੈ, ਜੇ ਮੈਨੂੰ ਚਾਹੀਦਾ ਹੁੰਦਾ ਮੈਂ ਕਹਿ ਕੇ ਆਉਂਦਾ। ਕਿਹਾ ਹੋਇਆ ਸੀ ਪਹਿਲਾਂ ਹੀ ਕਿ ਨਹੀਂ, ਅਸੀਂ 22 ਚ ਨਹੀਂ ਖੜੇ ਹੋਣਾ, ਅਸੀਂ ਸਿਰਫ ਮੁੱਦਿਆਂ ਦੀ ਰਾਜਨੀਤੀ ਕਰਨੀ ਨਹੀਂ, ਕਰਵਾਉਣੀ ਹੈ। ਕੁਝ ਕਾਮਯਾਬ ਹੋਏ ਆ, ਪੂਰਾ ਨਹੀਂ ਹੋਏ। ਹੁਣ ਜਿਵੇਂ ਸਰਕਾਰ ਚੱਲ ਰਹੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਥੋੜਾ ਸਮਾਂ ਹੋਇਆ ਆਪਾਂ ਨੂੰ, ਲੈਟ ਇਟ ਬੀ ਸੀ ਜਾਂ ਸੀ ਕਰੋ, ਵੀ ਦੇਖੋ ਅਜੇ ਸਮਾਂ ਦਿਓ। ਤੁਸੀਂ ਕਿਤੇ ਨਾ ਕਿਤੇ ਉਵੇਂ ਐਕਟਿਵ ਰਹੋਗੇ ਡੈਫੀਨਿਟਲੀ। ਆ 4 ਦਿਨਾਂ ਦਾ ਮੈਂ ਕੀ ਕਰ ਰਿਹਾ, ਆਹੀ ਕਰ ਰਿਹਾ। ਹਮੀਰ ਸਿੰਘ ਹੋਰੀ ਕੀ ਕਰ ਰਿਹਾ, ਆਹੀ ਕਰ ਰਹੇ। ਦੀਪਕ ਹੋਰੀ ਕੀ ਕਰ ਰਹੇ, ਆਹੀ ਕਰ ਰਹੇ। ਸਾਰੇ ਇਸੇ ਕੰਮ ਤੇ ਲੱਗੇ ਰਹਿੰਦੇ ਆ। ਮੈਂ ਤਾਂ ਆਪਦਾ ਕੰਮ ਭੁੱਲਿਆ ਪਿਆ, ਮੈਂ ਤਾਂ ਆਪਦਾ ਕੰਮ ਨਹੀਂ ਕਰ ਪਾਇਆ, ਕਿਉਂਕਿ ਮੇਰਾ ਕੰਮ ਇਹ ਨਹੀਂ ਹੁੰਦਾਗਾ। ਸਿੰਗਰਸ ਲਈ ਆਸਾਨ ਹੁੰਦਾ ਜਾ ਕੇ ਪਰਫਾਰਮ ਕਰ ਲੈਣਾ, ਐਕਟਰ ਲਈ ਵੀ ਆਸਾਨ ਹੁੰਦਾ, ਡਾਇਰੈਕਟਰ ਲਈ, ਰਾਈਟਰ ਲਈ ਤਾਂ ਸੋਚਣਾ ਪੈਂਦਾ ਸਾਰਾ ਕੁਝ। ਮੈਂ ਆਪਦਾ ਕੰਮ ਹੀ ਨਹੀਂ ਕਰ ਪਾਇਆ ਪਿਛਲੇ। ਮੈਨੂੰ ਤਾਂ ਆਪਦਾ ਭਰਾਵਾ ਕਿਚਨ ਵੀ ਤਾਂ ਚਲਾਉਣਾ ਹੈ,
ਕਰਪਸ਼ਨਾਂ ਤਾਂ ਕਰਨੀਆਂ ਨਹੀਂ, ਨਾ ਕੀਤੀਆਂ ਪਹਿਲਾਂ। ਤਾਂ ਮੈਨੂੰ ਤਾਂ ਉਹ ਕੰਮ ਲਈ ਕਨਸੈਂਟਰੇਟ ਕਰਨ ਦਾ ਸਮਾਂ ਨਹੀਂ ਮਿਲ ਪਾ ਰਿਹਾ ਕਿ ਮੈਂ ਕਦੋਂ ਜਾ ਕੇ ਆਪਦੀ ਫਿਲਮ ਲਿਖ ਸਕਾਂ ਔਰ ਉਹਨੂੰ ਸ਼ੂਟ ਕਰ ਸਕਾਂ ਜਾ ਕੇ। ਇਸੇ ਕੰਮ ਤੇ ਹੀ ਹੈ। ਪਰਸੋਂ ਅਸੀਂ ਆ এনवायरमेंट ਨੂੰ ਲੈ ਕੇ ਕੱਲਾ ਉੱਥੇ ਬੁੱਢਾ ਦਰਿਆ ਜਾਂ ਨਾਲੇ ਨੂੰ ਹੀ ਨਹੀਂ, ਬਲਕਿ ਉਸ ਤੋਂ ਬਾਅਦ 4 5 6 ਥਾਵਾਂ ਤੇ ਗਏ ਜਿੱਥੋਂ ਦਰਿਆ ਦੇ ਵਿੱਚ ਸ਼ਾਮਲ ਹੁੰਦਾ ਜੀ, ਉਹਨਾਂ ਦੇ ਗਏ ਜੋ ਕਾਲਾ ਕੀਤਾ ਪਿਆ। ਉਸ ਤੋਂ ਪਹਿਲਾਂ ਅਸੀਂ ਇੱਥੇ ਆ ਸਿਰਸਾ ਜੀ ਜੋ ਬੈਠੇ ਹੋਏ ਨੇ, ਕੱਲ ਪੂਰਾ ਦਿਨ ਬਾਈਬਲ ਕਲਾਂ ਚ, ਔਰ ਕੱਲਾ ਉਹ ਦਿਨ ਨਹੀਂ ਹੁੰਦਾ, ਉਸ ਤੋਂ ਪਹਿਲਾਂ ਉਹਦੀ ਤਿਆਰੀ ਹੁੰਦੀ ਹੈ। ਫਿਰ ਉਹਦੀਆਂ ਅੱਗੇ ਬੈਕਅਪ, ਉਹਦਾ ਅੱਗੇ ਕੀ ਕਰਾਂਗੇ, ਉਹਦਾ ਸੋਲੂਸ਼ਨ ਕਿਵੇਂ ਕਰਨਾ। ਮੈਨੂੰ ਕੀ ਲੱਗਦਾ ਨਾ ਰਤਨ, ਸਾਨੂੰ ਖੱਪ ਪਾਉਣ ਨਾਲ ਨਹੀਂ ਧਿਆਨ ਦੇਣਾ ਚਾਹੀਦਾ, ਬਲਕਿ ਉਸ ਮਸਲੇ ਦਾ ਸੋਲੂਸ਼ਨ ਕੀ ਹੋਵੇ। ਜੇ ਸਰਕਾਰ ਨਹੀਂ ਸਮਝ ਪਾ ਰਹੀ ਤਾਂ ਅਸੀਂ ਦੱਸੀਏ ਕੀ ਹੋ ਸਕਦਾ, ਤਾਂ ਜੋ ਸਰਕਾਰ ਦੇ ਨਜ਼ਰ ਉਧਰ ਦਵਾਈਏ। ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਜੋ ਕੁਝ ਪੰਜਾਬ 'ਚ ਖਰਾਬ ਹੋ ਰਿਹਾ ਉਹ ਸਹੀ ਹੋਵੇ। ਇਹ ਸਰਕਾਰ ਕਰ ਲੇ, ਲੋਕ ਕਰ ਲੈਣ, ਕੋਈ ਹੋਰ ਕਰ ਲੇ, ਨਹੀਂ ਤਾਂ ਭਾਈ ਅਸੀਂ ਰੌਲਾ ਪਾਵਾਂਗੇ। ਫਿਰ ਆਹ ਕੋਸ਼ਿਸ਼ ਹੈ। ਮੀਡੀਆ ਤੇ ਜੇ ਕੁਝ ਗਲਤ ਤੁਹਾਡੇ ਨਾਲ ਹੁੰਦਾ ਤਾਂ ਅਸੀਂ ਕਹਾਂਗੇ ਭਾਈ ਇਹ ਗਲਤ ਹੋ ਰਿਹਾ, ਐਜੂਕੇਸ਼ਨ 'ਚ ਗਲਤ ਹੁੰਦਾ ਤਾਂ ਅਸੀਂ ਕਹਾਂਗੇ ਗਲਤ ਹੋ ਰਿਹਾ। ਨਿਰਸਵਾਰਥ ਹੋ ਕੇ ਕਹੋ, ਮੈਂ ਵਿੱਚੋਂ ਕੁਝ ਕੱਢਣਾ ਨਾ ਹੋਵੇ। ਮੈਂ ਇੱਕ ਗੱਲ ਦਾ ਸਖਤ ਵਿਰੋਧੀ ਰਿਹਾ, ਬੜੇ ਬੰਦਿਆਂ ਦੀ ਨਾਰਾਜ਼ਗੀ ਵੀ ਹੋਈ ਉਦੋਂ, ਔਰ ਬੜੇ ਬੰਦਿਆਂ ਨੂੰ ਇਹ ਵੀ ਲੱਗਿਆ ਮੈਂ ਉਹਨਾਂ ਦੀ ਮਦਦ ਕਿਉਂ ਨਹੀਂ ਕਰ ਰਿਹਾ। ਜਦੋਂ ਕਿਸਾਨ ਅੰਦੋਲਨ ਦੌਰਾਨ ਮੈਨੂੰ ਲੱਗਦਾ ਸੀ ਇਹ ਵਿੱਚੋਂ ਕੁਝ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਉਹਦਾ ਵਿਰੋਧ 'ਚ ਹੁੰਦਾ ਸੀ। ਮੈਂ ਆਂਦਾ ਸੀ ਵਿੱਚੋਂ ਕੱਢੋ ਕੁਛ ਨਾ, ਕੱਢੋ ਕੁਛ ਨਾ, ਅੰਦੋਲਨ ਨੂੰ ਜਿੱਤਣ ਨੂੰ। ਤੇ ਜੇ ਵੈਸੇ ਹੀ ਕੱਢਿਆ ਜਾਂਦਾ ਕੱਢ ਲਓ, ਪਰ ਅੰਦੋਲਨ ਦੀ ਸ਼ਰਤ ਤੇ ਵਿੱਚੋਂ ਕੁਛ ਨਾ ਕੱਢੋ। ਅੰਦੋਲਨ ਜਿੱਤਣਾ ਚਾਹੀਦਾ। ਜੇ ਅੰਦੋਲਨ ਜਿੱਤ ਲਿਆ ਤਾਂ ਅਸੀਂ ਬਾਕੀ ਦੇ ਅੰਦੋਲਨ ਵੀ ਜਿੱਤ ਸਕਾਂਗੇ ਜੋ ਹੋਰ ਚਾਹੀਦੇ ਨੇ ਸਾਨੂੰ। ਇੱਕ ਪੋਜ਼ਿਟਿਵਿਟੀ ਆਊਗੀ। ਸਾਡੇ ਨੌਜਵਾਨ ਬਾਹਰ ਭੱਜੇ ਜਾ ਰਹੇ ਨੇ। ਇਹੋ ਜਿਹੇ ਮੁੰਡੇ ਸਾਡੇ ਕਿੰਨੇ ਕੁ ਰਹਿ ਗਏ ਨੇ ਪੰਜਾਬ 'ਚ? 9.5 ਲੱਖ ਵੋਟ ਬਣਨੀ ਸੀ ਰਤਨ, ਸਿਰਫ 2.5 ਲੱਖ ਵੋਟ ਬਣੀ ਉਹਨਾਂ ਯੰਗਸਟਰਸ ਦੀ। 7 ਲੱਖ ਮੁੰਡੇ ਨੇ ਵੋਟ ਨਹੀਂ ਬਣਾਈ ਔਰ ਬਾਹਰ ਦੀ ਤਿਆਰੀ ਕਰ ਰਿਹਾ ਜਾਂ ਬਾਹਰ ਚਲਿਆ ਗਿਆ। 2 ਸਾਲ ਪਹਿਲਾਂ ਦਾ ਫਿਗਰ ਹੈ 29,000 ਕਰੋੜ। 3 ਮਹੀਨਿਆਂ ਬਾਅਦ ਫੀਸ ਜਾਂਦੀ ਹੈ ਸਾਡੀ। ਇੰਨਾ ਪੈਸਾ ਪੰਜਾਬ 'ਚ ਲੱਗੇ ਕੀ ਨਾ ਹੋ ਜੇ, ਆ ਡੈਫਿਸਿਟ ਖਤਮ ਨਾ ਹੋ ਜਾਣ। ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੰਦਰੇ ਲੱਗੀ ਜਾਂਦੇ ਨੇ, ਪਿੰਡ ਖਾਲੀ ਹੋਈ ਜਾਂਦੇ ਨੇ। ਜਲੰਧਰ ਵੱਲ ਜਾ ਕੇ ਵੇਖ ਲਓ, ਪਿੰਡਾਂ 'ਚ ਕਾਂ ਬੋਲਦੇ ਨੇ। ਕੌਣ ਰਹੂਗਾ ਇੱਥੇ? ਇਹ ਗੁਰੂਆਂ ਦੀ, ਸਾਡੇ ਬਜ਼ੁਰਗਾਂ ਦੀ ਧਰਤੀ, ਇੱਥੇ ਕੌਣ ਆ ਕੇ ਵਸੂਗਾ? ਪੰਜਾਬ ਨਾਲ ਅਸੀਂ ਕੀ ਕਰ ਰਹੇ ਹਾਂ? ਇਹ ਪੰਜਾਬ ਉਹ ਪੰਜਾਬ ਰਹਿ ਜਾਊਗਾ? ਮੈਂ ਉੱਥੇ ਸੀ ਉਦੋਂ ਜਿੱਦਣ ਉਹ ਕਾਲਾ ਪਾਣੀ ਵੇਖ ਰਹੇ ਸੀ। ਇੱਥੇ ਪਾਣੀ ਪੀ ਕੇ ਡੰਡ ਮਾਰਦੇ ਸਿਹਤ ਬਣ ਜਾਂਦੀ ਸੀ। ਹੁਣ ਅਸੀਂ ਕਿਹੋ ਜਿਹੇ ਬਣ ਗਏ ਆ ਮੁੰਡੇ? ਵਾਲੀਬਾਲ ਗੇਮ ਹੀ ਬੰਦ ਹੋ ਗਈ ਸਕੂਲਾਂ ਦੇ ਵਿੱਚੋਂ, ਕਿਉਂਕਿ ਕੱਦ ਹੀ ਹੈ ਨਹੀਂ। ਪਿੰਡਾਂ ਦੇ ਵਿੱਚ, ਮੇਰੇ ਪਿੰਡ ਦੇ ਵਿੱਚ ਵੀ, ਬਾਕੀ ਪਿੰਡਾਂ 'ਚ ਵੀ ਮੈਂ ਜਾਂਦਾ ਸੀ, ਸ਼ਾਮ ਨੂੰ ਅੱਧਾ ਪਿੰਡ ਬਾਹਰ ਹੁੰਦਾ ਸੀ। ਕੋਈ ਵਾਲੀਬਾਲ ਖੇਡ ਰਿਹਾ, ਕੋਈ ਕਬੱਡੀ ਖੇਡ ਰਿਹਾ, ਕੋਈ ਘੁਲ ਰਿਹਾ, ਕੋਈ ਹਾਕੀ ਖੇਡ ਰਿਹਾ। ਖੇਡਾਂ ਹੁੰਦੀਆਂ ਸੀ। ਹੁਣ ਜਾ ਕੇ ਪਿੰਡਾਂ 'ਚ ਵੇਖ ਲਓ, ਸਭ ਕੋਨਿਆਂ 'ਚ ਬੈਠੇ ਨੇ ਆਪਦੇ ਆ ਮੋਬਾਈਲ ਲੈ ਕੇ, ਬਲਕਿ ਘਰਾਂ 'ਚ ਬੈਠੇ ਨੇ। ਕਿੱਧਰ ਗਈਆਂ ਉਹ ਸਾਡੀਆਂ ਖੇਡਾਂ? ਕਿੱਧਰ ਗਿਆ ਸਾਡਾ ਉਹ ਕਲਚਰ? ਜੱਟ ਜੀਪ ਚਲਾਉਣ ਨਾਲ ਜਾਂ ਸ਼ਰਾਬ ਪੀਣ ਨਾਲ ਨਹੀਂ, ਜਾਂ ਗੋਲੀ ਚਲਾਉਣ ਨਾਲ ਨਹੀਂ ਹੁੰਦਾ। ਜੱਟ ਖੇਤ 'ਚ ਕੰਮ ਕਰਦਾ ਹੁੰਦਾ ਸੀ, ਤਾਂ ਉਹਦੀ ਹੈਲਥ ਹੁੰਦੀ ਸੀ, ਤਾਂ ਉਹਨੂੰ ਫਖਰ ਹੁੰਦਾ ਸੀ ਆਪਦੇ ਕੰਮ ਤੇ। ਇਮਾਨਦਾਰੀ ਨਾਲ ਕੰਮ ਜੁੜਿਆ ਹੋਇਆ ਸੀ। ਅਸੀਂ ਉਹ ਸਾਰੇ ਮੁੰਡੇ, ਕਿਉਂਕਿ ਉਹਨਾਂ ਮੁੰਡਿਆਂ ਨੂੰ ਕੀ ਲੱਗਦਾ, ਉਹਨਾਂ ਦੀ ਵੀ ਗਲਤੀ ਨਹੀਂ, ਉਹਨਾਂ ਨੂੰ ਲੱਗਦਾ ਇੱਥੇ ਅਪਰਚੁਨਿਟੀ ਹੈ ਨਹੀਂ, ਇੱਥੇ ਇਨਸਾਫ ਨਹੀਂ ਮਿਲਣਾ। ਮੈਂ ਕੱਲ ਗੱਲ ਕਰ ਰਿਹਾ ਸੀ, ਮੈਨੂੰ ਆਦੇ ਜੀ ਚਲੋ ਹੁਣ ਮਿਲ ਜੂਗਾ ਇਨਸਾਫ। ਮੈਂ ਕਿਹਾ ਕੱਲਾ ਸੁਖਰਾਜ ਨੂੰ ਨਾ ਸੋਚੋ, ਜਾਂ ਉਹ ਗੁਰਜੀਤ ਸਿੰਘ ਜੋ ਗੁਜ਼ਰੇ ਨੇ ਉਹਨਾਂ ਦੇ ਫਾਦਰ ਦੀ ਨਾ ਸੋਚੋ। ਸੋਚੋ ਕਿ ਦੁਨੀਆ ਦੇ ਵਿੱਚ ਇਹ ਇਨਸਾਫ ਨਾ ਮਿਲਣ ਦਾ ਅਸਰ ਕੀ ਜਾਂਦਾ ਹੈ। ਜਿਹੜੇ ਮੁੰਡੇ ਇੱਥੋਂ ਬਾਹਰ ਜਾ ਰਹੇ ਨੇ, ਉਹ ਮੁੰਡਿਆਂ ਨੂੰ ਲੱਗਦਾ ਯਾਰ ਇਸ ਦੇਸ਼ 'ਚ ਤਾਂ ਇਨਸਾਫ ਹੀ ਹੈ ਨਹੀਂ। ਉਹ ਇਨਸਾਫ ਦੇਵਾਂਗੇ ਤਾਂ ਉਹਨਾਂ ਦਾ ਵਿਸ਼ਵਾਸ ਜਾਗੂਗਾ ਦੁਬਾਰ ਤੋਂ, ਔਰ ਉਹ ਵਾਪਸ ਆਉਣਗੇ ਇੱਧਰ ਨੂੰ। ਅਸੀਂ ਇਹ ਜਿਹੜੀ ਇੱਕ ਚੀਜ਼ ਹੁੰਦੀ ਹੈ ਨਾ, ਉਹਨੂੰ ਸਿਰਫ ਉੱਥੋਂ ਤੱਕ ਨਾ ਦੇਖੋ, ਉਹਦਾ ਬਹੁਤ ਅੱਗੇ ਅਸਰ ਹੋ ਰਿਹਾ ਹੁੰਦਾ ਹੈ। ਉਹਦੇ ਇਫੈਕਟਸ ਬਹੁਤ ਦੂਰ ਤੱਕ ਜਾ ਰਹੇ ਹੁੰਦੇ ਨੇ। ਉਹ ਚੀਜ਼ਾਂ ਵੱਲ ਸਾਨੂੰ ਜਾਗਣਾ ਪਊਗਾ, ਬੋਲਣਾ ਪਊਗਾ। ਮੇਰੀ ਵਜ੍ਹਾ ਕੀ ਹੈ? ਮੈਨੂੰ ਜੇ ਕੋਈ ਕਵੇ ਤੁਹਾਡਾ ਡਾਇਰੈਕਟ ਨੁਕਸਾਨ ਕੀ ਹੈ, ਯਾਰ ਜਿੱਥੇ ਪੰਜਾਬ ਦਾ ਨੁਕਸਾਨ, ਤਾਂ ਤੁਹਾਡਾ ਮੇਰਾ ਨੁਕਸਾਨ ਬਚ ਕਿਵੇਂ ਗਿਆ? ਜੇ ਔਰ ਸੈਕਿੰਡ, ਮੈਂ ਫਿਲਮਾਂ ਬਣਾ ਲੂੰਗਾ ਜੇ ਪੰਜਾਬ ਹੀ ਨਾ ਬਚਿਆ, ਜੇ ਤੁਸੀਂ ਆ ਮੁੰਡੇ ਹੀ ਨਾ ਬਚੇ ਪੰਜਾਬੀ ਸਮਝਣ ਵਾਲੇ। ਮੈਨੂੰ ਕੋਈ ਬਾਕੀ ਪ੍ਰਦੇਸ਼ਾਂ ਦੇ ਬੰਦਿਆਂ ਨਾਲ ਕੋਈ ਪ੍ਰੋਬਲਮ ਨਹੀਂ ਗੀ, ਬਟ ਸਾਡੇ ਇਹ ਮੁੰਡੇ ਚਲੇ ਜਾਣ ਔਰ ਉਹ ਆ ਕੇ ਇੱਥੇ ਰਹਿਣ ਲੱਗ ਜਾਣ, ਪੰਜਾਬ ਕਿੱਥੇ ਰਹਿ ਗਿਆ? ਮੇਰੀ ਪੰਜਾਬੀ ਕਿੱਥੇ ਰਹਿ ਜੂਗੀ? ਅਸੀਂ ਜੋ ਕਰਦੇ ਹਾਂ ਜਾਂ ਜੋ ਸਾਡੀ ਪਹਿਚਾਣ ਹੈ ਉਹ ਕਿੱਥੇ ਰਹਿ ਜੂਗੀ? ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਦੁਨੀਆ 'ਚ ਕੋਠੀਆਂ ਬਣਾ ਲਈਏ, ਜੇ ਸਾਡਾ ਬੇਸ ਹੀ ਨਾ ਹੋਵੇ, ਤੁਹਾਡੀ ਨੀਂਹ ਨਾ ਰਹੇਗੀ, ਤਾਂ ਫਿਰ ਕੀ ਕਰਾਂਗੇ? ਹਵਾ 'ਚ ਲਟਕਾਂਗੇ। ਸੋ ਉਹ ਜਿਹੜੇ ਜਾ ਰਹੇ ਨੇ, ਉਹ ਜੋ ਖਾਲੀ ਹੋ ਰਿਹਾ, ਜਿੰਨਾ ਗੱਲਾਂ ਕਰਕੇ ਹੋ ਰਿਹਾ, ਉਹਨਾਂ ਗੱਲਾਂ ਨੂੰ ਸਹੀ ਕਰੀਏ ਤਾਂ ਜੋ ਉਹ ਦਿਲੋਂ ਵਾਪਸ ਆਉਣਾ ਚਾਹਣ। ਬਹੁਤ ਵਧੀਆ ਧਰਤੀ ਹੈ ਰਤਨ, ਇਹੋ ਜਿਹਾ ਮੌਸਮ, ਇਹੋ ਜਿਹੀ ਧਰਤੀ ਦੁਨੀਆ 'ਚ ਕਿਤੇ ਨਹੀਂ। ਮੈਂ ਸਾਰੀ ਦੁਨੀਆ ਘੁੰਮਿਆ, ਇੱਥੇ ਕੁਛ ਵੀ ਬੀਜ ਦਿਓ ਉੱਗ ਪੈਂਦਾ ਜੀ। ਪਾਣੀ ਵੱਲੋਂ, ਬਾਰਿਸ਼ ਵੱਲੋਂ, ਮੌਸਮ ਆ ਜਿਹੜਾ ਟੈਂਪਰੇਚਰ ਵੱਲੋਂ, ਸਾਰਾ ਕੁਝ ਵਧੀਆ, ਸਿਰਫ ਚਲਾਉਣ ਵਾਲੇ ਗਲਤ ਮਿਲੇ। ਇਸ ਕਰਕੇ ਦੁਨੀਆ ਦੀ ਸਭ ਤੋਂ ਵਧੀਆ ਧਰਤੀ ਨੂੰ ਅਸੀਂ ਸਭ ਤੋਂ ਖਰਾਬ ਜਗ੍ਹਾ 'ਚ ਬਣਾ ਲਿਆ।
ਜਿੱਥੇ ਪਾਣੀ 6% ਬਚਿਆ ਹੈ, ਔਰ ਉਹ ਵੀ ਕਾਲਾ ਪੀਲਾ। ਸਾਨੂੰ ਇਹਨਾਂ ਗੱਲਾਂ ਨੂੰ ਕਰਨਾ ਪਊਗਾ। ਔਰ ਮੈਂ ਇਹ ਨਾ ਸਮਝਾਂ ਕਿ ਇਹ ਡਿਊਟੀ ਸਿਰਫ ਮੁੱਖ ਮੰਤਰੀ ਦੀ ਜਾਂ ਫਲਾਨਿਆਂ ਦੀ ਹੈ ਜਾਂ ਉਸ IAS ਦੀ ਜਾਂ ਉਸ ਐਡਮਿਨਿਸਟ੍ਰੇਟਰ ਦੀ ਹੈ। ਇਹ ਸਾਰਿਆਂ ਦੀ ਡਿਊਟੀ ਹੁੰਦੀ ਹੈ। ਜਿਸ ਦੇਸ਼ ਦੇ ਸਟੇਟ ਦੇ ਨਾਗਰਿਕ ਚੰਗੇ ਹੋ ਜਾਂਦੇ ਨੇ, ਉਹ ਸਟੇਟ ਚੰਗੀ ਹੋ ਜਾਂਦੀ ਹੈ। ਇਕੱਲੇ ਲੀਡਰ ਨਾਲ ਨਹੀਂ ਗੱਲ ਬਣਨੀ, ਲੀਡਰ ਸਾਡੇ ਚੋਂ ਹੀ ਨਿਕਲਦੇ ਨੇ ਜੀ। ਸੋ ਸਾਨੂੰ ਚੰਗੇ ਹੋਣਾ ਪਊ, ਔਰ ਸੁਧਾਰ ਆਪਦੇ ਆਪ 'ਚ ਹੁੰਦਾ ਸਭ ਤੋਂ ਪਹਿਲਾਂ। ਫਿਰ ਤੁਸੀਂ ਆਪਦੇ ਨੇੜੇ ਦੇ ਨੂੰ ਕਹਿੰਦੇ ਆ, ਫਿਰ ਦੂਰ ਵਾਲੇ ਨੂੰ ਕਹਿੰਦੇ ਹੋ। ਸੋ ਪਲੀਜ਼ ਆਪਾਂ ਸਾਰੇ ਉਸ ਪੋਜ਼ਿਟਿਵਿਟੀ ਵਾਲੇ ਪਾਸੇ ਤੁਰੀਏ। ਸ਼ਾਇਦ ਉਹਦੇ ਨਾਲ ਕੋਈ ਸਾਡਾ ਪੰਜਾਬ, ਸਾਡੀ ਧਰਤੀ, ਸਾਡਾ ਸਾਰਾ ਕੁਝ ਬੈਟਰ ਹੋ ਪਾਵੇ। ਆਹ ਸਰਕਾਰ ਵੀ ਉਸੇ ਹੋਪ 'ਚੋਂ ਨਿਕਲੀ ਹੈ। ਜੋ ਕਿਸਾਨ ਅੰਦੋਲਨ ਦੌਰਾਨ ਬੀਜਿਆ ਗਿਆ, ਉਹਨੂੰ ਇਹਨਾਂ ਨੇ ਵੱਢਿਆ। ਅੱਛੀ ਗੱਲ ਹੈ, ਕੋਈ ਪ੍ਰੋਬਲਮ ਨਹੀਂ। ਔਰ ਮੈਨੂੰ ਭਗਵੰਤ ਤੋਂ ਸਪੈਸ਼ਲੀ ਉਮੀਦ ਹੈ ਕਿ ਉਹ ਕੁਝ ਚੰਗਾ ਕਰੂਗਾ ਜੀ। ਉਮੀਦ ਸਾਰਿਆਂ ਨੂੰ ਆ, ਉਮੀਦ ਸਾਰਿਆਂ ਨੂੰ। ਨਹੀਂ ਕਰੋਗੇ ਤਾਂ ਫਿਰ ਜਾਓ ਭਾਈ ਜੀ। ਅਸੀਂ ਤਾਂ ਆਹੀ ਕੰਮ ਕਰਨਾ, ਅਸੀਂ ਤਾਂ ਝੰਡਾ ਚੱਕਣਾ ਹੀ ਚੱਕਣਾ ਹੈ। ਕਿਉਂਕਿ ਝੰਡਾ ਇਸ ਲਈ ਨਹੀਂ ਚੱਕਣਾ ਕਿ ਸਾਡੇ ਕੋਲੇ ਕੰਮ ਨਹੀਂ, ਸਾਡੇ ਕੋਲੇ ਬੜੇ ਕੰਮ ਨੇ। ਪਰ ਮੈਨੂੰ ਲੱਗਦਾ ਹੈ ਕਿ ਹੁਣ ਨਹੀਂ ਬੋਲਾਂਗੇ ਤਾਂ ਕੁਝ ਨਹੀਂ ਬਚਣਾ। ਬਹੁਤ ਥੋੜਾ ਬਚਿਆ ਰਤਨ ਗਵਾਉਣ ਲਈ। ਬੋਲਣ ਵਾਲੇ ਵੀ ਥੋੜੇ ਹੀ ਨੇ। ਬੋਲਣ ਵਾਲੇ ਇਸ ਲਈ ਥੋੜੇ ਨੇ ਜਾਂ ਥੋੜੇ ਰਹਿ ਜਾਂਦੇ ਨੇ ਕਿ ਜੋ ਪਹਿਲੇ ਹੁੰਦੇ ਆ ਸ਼ਾਇਦ ਉਹ ਵਿੱਚੋਂ ਕੁਝ ਕੱਢਣ ਲੱਗ ਜਾਂਦੇ ਆ, ਸਵਾਰਥੀ ਬਣ ਜਾਂਦੇ ਨੇ। ਤੇ ਜਦੋਂ ਤੁਸੀਂ ਵਿੱਚੋਂ ਕੁਝ ਕੱਢ ਲਿਆ, ਤੁਹਾਡੀ ਕ੍ਰੈਡੀਬਿਲਿਟੀ ਚਲੀ ਜਾਂਦੀ ਹੈ। ਸੋ ਨਿਰਸਵਾਰਥ ਹੋ ਕੇ ਬੋਲੋ ਜੀ। ਇਹ ਸੋਚ ਕੇ ਬੋਲੋ ਕਿ ਮੈਂ ਵਿੱਚੋਂ ਕੁਝ ਲੈਣਾ ਨਹੀਂ ਗਿਆ, ਮੇਰਾ ਵਾਕਈ ਜੋ ਕੁਝ ਮੈਂ ਦੇਖ ਰਿਹਾ ਇਹ ਗਲਤ ਹੈ। ਇਹ ਸਹੀ ਹੋ ਗਿਆ, ਮੈਂ ਤੇਰੇ ਲਈ ਚੰਗਾ ਬੋਲੂੰਗਾ। ਨਹੀਂ ਸਹੀ ਹੋਇਆ ਤਾਂ ਮੈਂ ਤੈਨੂੰ ਵਾਰਨ ਕਰੂੰਗਾ। ਫਿਰ ਵੀ ਤੂੰ ਸਹੀ ਨਹੀਂ ਕੀਤਾ ਤਾਂ ਮੈਂ ਤੇਰੇ ਵਿਰੋਧ 'ਚ ਖੜਾ ਹੋਊਂਗਾ। ਉਹ ਮੇਰਾ ਦੋਸਤ ਹੀ ਹੋਵੇ ਭਲਾ। ਇਹ ਜਦੋਂ ਸਾਡੇ 'ਚ ਨਿਡਰਤਾ ਆ ਗਈ, ਉਹਦੇ ਲਈ ਆਪਦੇ ਕੁਝ ਸੁੱਖ ਤਿਆਗਣੇ ਪੈਂਦੇ ਆ, ਕੁਝ ਆਪਦੀਆਂ ਤੁਹਾਡੀਆਂ ਮਹੱਤਵਕਾਂਖਸ਼ਾਵਾਂ ਹੁੰਦੀਆਂ ਨੇ, ਬੰਨ ਦੀਆਂ ਕੁਝ ਜਾਂ ਪੈਸੇ ਦੀਆਂ ਕੁਝ ਜਾਂ ਕੋਠੀਆਂ ਗੱਡੀਆਂ ਦੀਆਂ ਕੁਝ, ਉਹਨਾਂ ਨੂੰ ਛੱਡੋ। ਉਹਨਾਂ ਨੂੰ ਆਪਦੀ ਮਿਹਨਤ ਨਾਲ ਅਚੀਵ ਕਰੋ। ਤੇ ਆਪਦੀ ਜਿਹੜੀ ਆ ਲੋਕ ਸੇਵਾ ਵਾਲਾ ਮਾਮਲਾ ਹੁੰਦਾ ਹੈ, ਇਹਨੂੰ ਨਿਰਸਵਾਰਥ ਹੋ ਕੇ ਨਿਭਾਓ, ਫਿਰ ਕੰਮ ਹੋ ਜਾਂਦਾ ਹੈ ਜੀ। ਉਮੀਦ ਆ ਤੁਸੀਂ ਇਦਾਂ ਹੀ ਲੱਗੇ ਰਹੋਗੇ। ਬਹੁਤ ਉਂਗਲਾਂ ਹੋਣਗੀਆਂ ਪਰ ਉਮੀਦ ਕਰਦੇ ਆ, ਪਰ ਜੇ ਉਂਗਲਾਂ ਹੁੰਦੀਆਂ ਅਸੀਂ ਸਵਾਲ ਜ਼ਰੂਰ ਨਹੀਂ ਰਤਨ, ਉਂਗਲ ਪਤਾ ਕਿਉਂ ਹੁੰਦੀ ਹੈ? ਉਹ ਤੁਹਾਡੇ ਤੇ ਉਹਨਾਂ ਨੂੰ ਮਾਣ ਹੁੰਦਾ ਹੈ। ਜੇ ਮੈਨੂੰ ਕੋਈ ਮਾੜਾ ਲਿਖਦਾ ਹੈ ਜਾਂ ਪੁੱਛਦਾ ਹੈ ਨਾ, ਮੈਨੂੰ ਕਦੇ ਉਹਦੇ ਤੇ ਮੈਂ ਬਾਹਲਾ ਗੁੱਸੇ ਨਹੀਂ ਹੁੰਦਾਗਾ। ਹਾਂ, ਮੈਨੂੰ ਕਦੇ ਕਦੇ ਇਹ ਜ਼ਰੂਰ ਲੱਗਦਾ ਹੁੰਦਾ, ਯਾਰ ਨਾ ਸਮਝੀ ਕਿਉਂ ਕਰਦੇ ਹੋ, ਵੇਖ ਤਾਂ ਲਓ ਸਾਰਾ ਕੁਝ, ਸੁਣ ਤਾਂ ਲਓ ਪਹਿਲਾਂ, ਫਿਰ ਬੋਲਿਓ ਜੇ। ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਉਹਨਾਂ ਨੂੰ ਮੇਰੇ ਤੋਂ ਉਮੀਦ ਹੈ, ਤਾਂ ਹੀ ਉਹ ਮੈਨੂੰ ਕਹਿ ਰਹੇ ਨੇ ਕੁਝ। ਨਹੀਂ ਤਾਂ ਆਪਾਂ ਕਿਉਂ ਕਹੀਏ? ਜਿਵੇਂ ਬੱਚਾ ਸ਼ਿਕਾਇਤ ਸਭ ਤੋਂ ਪਹਿਲਾਂ ਮਾਂ-ਬਾਪ ਨੂੰ ਹੀ ਕਿਉਂ ਕਰਦਾ ਹੈ ਜੀ? ਜਿਹਦੇ ਤੋਂ ਆਪਾਂ ਨੂੰ ਉਮੀਦ ਹੁੰਦੀ ਹੈ ਤਾਂ ਹੀ ਆਪਾਂ ਉਹਨੂੰ ਰਿਐਕਟ ਕਰਦੇ ਆ ਨਾ। ਤੇ ਜੇ ਆਪਾਂ ਉਸ ਰਿਐਕਸ਼ਨ ਦਾ ਗਲਤ ਮਤਲਬ ਲਵਾਂਗੇ, ਔਰ ਸੈਕਿੰਡ, ਤੁਹਾਡੀ ਆਲੋਚਨਾ ਤੁਹਾਨੂੰ ਸਿਖਾਉਂਦੀ ਵੀ ਬਹੁਤ ਕੁਝ ਹੈ, ਪਰ ਜੇ ਤੁਹਾਨੂੰ ਲੱਗੇ ਕਿ ਬਿਨ ਮਤਲਬ ਦੀ ਆਲੋਚਨਾ, ਤਾਂ ਉਹਨੂੰ ਇਗਨੋਰ ਕਰ ਦਿਓ। ਉਹਨੂੰ ਇਗਨੋਰ ਕਰ ਦਿਓ। ਤੁਸੀਂ ਆਪਦਾ ਕੰਮ ਕਰੋ। ਤੁਰਦਿਆਂ ਹੋਇਆਂ ਕਦੇ ਆਪਦੀਆਂ ਪੈੜਾਂ ਨਹੀਂ ਗਿਣੀਆਂ ਜਾਂਦੀਆਂ ਤੇ ਨਾ ਪੈੜਾਂ ਦੀ ਸਫਾਈ ਦਿੱਤੀ ਜਾਂਦੀ ਹੈ। ਤੁਹਾਡਾ ਕਰਮ ਹੀ ਤੁਹਾਡੀ ਸਫਾਈ ਬਣਦਾ ਹੈ, ਤੁਹਾਡਾ ਕਰਮ ਹੀ ਤੁਹਾਡਾ ਜਵਾਬ ਬਣਦਾ ਹੈ। ਸੋ ਕਰਮ ਨੂੰ ਨੇਕੀ ਨਾਲ, ਸ਼ੁੱਧਤਾ ਨਾਲ ਨਿਭਾਉਂਦੇ ਚੱਲੋ ਬਸ ਜੀ। ਦੈਟ ਆਈ ਟਰਾਈ। ਅਮਿਤੋਜ ਜੀ, ਸਮਾਂ ਦਿੱਤਾ ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸੀ ਅਮਿਤੋਜ ਸਿੰਘ ਮਾਨ। ਅੱਗੇ ਫਿਰ ਹਾਜ਼ਰ ਹੋਵਾਂਗੇ। ਕਿੰਤੂ ਪ੍ਰੰਤੂ ਹੁੰਦੇ ਰਹਿੰਦੇ ਨੇ, ਪਰ ਜੇ ਇਹਨਾਂ ਤੇ ਵੀ ਕੋਈ ਸਵਾਲ ਉੱਠਣਗੇ ਅਸੀਂ ਜ਼ਰੂਰ ਇਹਨਾਂ ਕੋਲੇ ਪੁੱਛਣ ਵੀ ਆਵਾਂਗੇ। ਪੁੱਛਣਾ ਵੀ ਸਾਡਾ ਹੱਕ ਆ। ਪਰ ਵਧੀਆ ਪੰਜਾਬ ਦੀ ਸਿਰਜਣਾ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਆਪਣੇ ਆਪ ਤੋਂ, ਆਪਣੇ ਘਰ ਤੋਂ ਸ਼ੁਰੂ ਕਰਾਂਗੇ। ਅੱਗੇ ਫਿਰ ਹਾਜ਼ਰ ਹੋਵਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।